वाहिगुरू जी का खालसा वाहिगुरू जी की फतेह। सम्मानयोग गुरु प्यारे गुरु सवारे गुरमुख जनों, पहली गुरमुख क्लास जो सिख मिशन कॉलेज लुधियाना वालों चल रही है, आप सारे जी आया। हर मंगलवार असी यानी अमृतपाल सिंह जी उन्होंने पासों भट्टां दे सोइयां दी लड़ीवार विचार सुन रहे हैं। गुरबाणी व्याकरण दे निज़म अर्थबोध उच्चारण ये सारी व्याख्या ज्ञानी जी सानू हर हफ्ते सरवण कराते हैं। सोईए महले चौथे तक असी इन्हां दी विचार कर चुके हैं। सोईए महले पंजवें के तो अज की विचार आरंभ होनी है। आप जी की स्क्रीन पे सोईया पहला डिस्प्ले है। मैं बेनती कर रहा ज्ञानी अमृतपाल सिंह जी नूं कि वो सोईया की विचार सोईए महले पंजवें के उहदी विचार अज आरंभ कर। ज्ञानी अमृतपाल सिंह जी। वाहिगुरू जी का खालसा वाहिगुरू जी की फतेह। सत्कारयोग गुरुमुख प्यारे चेयरमैन सरदार हरजीत सिंह जी सिख मिशनरी कॉलेज ਅਤੇ ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ ਅਤੇ ਨਾਲ ਹੀ ਸਿੱਖ ਮਿਸ਼ਨਰੀ ਕਾਲਜ ਸਰਕਲ ਨਾਲ ਜੁੜੇ ਹੋਏ ਸਾਰੇ ਗੁਰਮੁਖ ਪਿਆਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਸਿਫਤ ਸਲਾਹ ਦੇ ਸਵਈਏ ਜੋ ਭੱਟਾਂ ਵੱਲੋਂ ਉਚਾਰੇ ਗਏ ਹਨ ਉਹਨਾਂ ਦੀ ਵਿਚਾਰ ਅਸੀਂ ਆਰੰਭ ਕਰਨ ਜਾ ਰਹੇ ਹਾਂ। ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸਿਫਤ ਸਲਾਹ ਦੇ ਕੁੱਲ 21 ਸਵਈਏ ਹਨ। ਪਹਿਲੇ 12 ਸਵਈਏ ਭੱਟ ਖਾਲਸਾਹਰ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹਨ। ਅਗਲੇ 7 ਸਵਈਏ ਭੱਟ ਮਥੁਰਾ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹਨ ਅਤੇ ਆਖਰੀ 2 ਸਵਈਏ ਭੱਟ ਹਰਬੰਸ ਜੀ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਸਿਫਤ ਵਿੱਚ ਉਚਾਰੇ ਹਨ। ਅੱਜ ਦੇ ਸਵਈਆਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮੈਂ ਇਹਨਾਂ ਸਵਈਆਂ ਦਾ ਇੱਕ ਵਾਰੀ ਪਾਠ ਕਰ ਲਵਾਂ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਵਈਏ ਮਹਿਲੇ ਪੰਜਵੇਂ ਕੇ। ਸਿਮਰਨ ਸੋਈ ਪੁਰਖ ਅਚਲ ਅਬਿਨਾਸੀ। जिस सिमरत दुर्मत मल नासी। सतगुरु चरण कवल रिद तारन। गुर अर्जुन गुण सहज विचारन। सिमरन सोई पुरख अचल अविनाशी। जिस सिमरत दुर्मत मल नासी। सतगुरु चरण कमल रिद तारन। गुर अर्जुन गुण सहज विचारन। गुरु रामदास कर कियो प्रगासा। सगल मनोरथ पूरी आसा। तैं जन्मत गुरमत ब्रह्म पछाणियो। कल्यो जोड़ कर सुजस बखाणियो। भगत जोग कौ जैतवार। हर जनक उपायो। शब्द गुरु प्रकाशयो। हर रसन बसायो। गुरु नानक अंगद अमर लाग। उत्तम पद पायो। गुरु अर्जुन कर गुरु रामदास। भगत उतर आयो। गुरु नानक अंगद अमर लाग। उत्तम पद पायो। गुरु अर्जुन कर गुरु रामदास। भगत उतर आयो। वाहिगुरू जी का खालसा वाहिगुरू जी की फतेह। सतगुरु साहिब श्री गुरु अर्जन देव जी महाराज पंचम गुरुदेव जी की सिफत सलाह दे विच
ਉਚਾਰਨ ਕੀਤੇ ਹੋਏ ਸਵਈਆਂ ਦੀ ਅੱਜ ਤੋਂ ਇਹ ਵਿਚਾਰ ਆਰੰਭ ਹੈ। ਪਹਿਲਾ ਸਵਈਆ ਪਟ ਮਥੁਰਾ ਜੀ ਦੇ ਪਟ ਕਲਸਹਾਰ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੈ ਤੇ ਪਹਿਲੇ ਜਿਹੜੇ ਪਟ ਕਲਸਹਾਰ ਜੀ ਦੇ ਸਵਈਏ ਹਨ 12 ਸਵਈਏ ਸਤਿਗੁਰੂ ਪਾਤਸ਼ਾਹ ਜੀ ਦੀ ਸਿਫਤ ਵਿੱਚ ਉਚਾਰਨ ਕੀਤੇ ਹੋਏ ਹਨ। ਆਰੰਭਤਾ ਦੇ ਵਿੱਚ ਮੰਗਲਾਚਰਨ ਹੈ। ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਪ੍ਰਿੰਟਡ ਬੀੜਾਂ ਦੇ ਵਿੱਚ ਮੰਗਲਾਚਰਨ ਜਿਹੜਾ ਉਹ ਬਾਅਦ ਵਿੱਚ ਹੈ। ਦਰਪਣ ਸਟੀਕ ਦੇ ਵਿੱਚ ਇਹ ਪਹਿਲਾਂ ਦਿੱਤਾ ਗਿਆ ਹੈ। ਸਵਈਏ ਮਹਿਲੇ ਪੰਜਵੇਂ ਕੇ ਭਾਵ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸਿਫਤ ਸਲਾਹ ਦੇ ਇਹ ਸਵਈਏ ਹਨ। ਤੇ ਪਹਿਲੇ ਸਵਈਏ ਅੰਦਰ ਭੱਟ ਕਲਸਹਾਰ ਜੀ ਨੇ ਸਾਡੇ ਜੀਵਾਂ ਤੇ ਮਹਿਰਮਤ ਕਰਦਿਆਂ ਗੁਰੂ ਦੀ ਸਿਫਤ ਕੀਤੀ। ਜਿਸ ਵੀ ਭੱਟ ਨੇ ਗੁਰੂ ਸਾਹਿਬ ਦੀ ਸਿਫਤ ਆਰੰਭ ਕੀਤੀ, ਭਾਵ ਜਿਸ ਵੀ ਗੁਰੂ ਸਾਹਿਬ ਦੀ ਸਿਫਤ ਆਰੰਭ ਹੋਈ, ਭੱਟਾਂ ਨੇ ਸਭ ਤੋਂ ਪਹਿਲੀਆਂ ਜਿਹੜੀਆਂ 2-3 ਤੁਕਾਂ ਨੇ ਉਹ ਅਕਾਲ ਪੁਰਖ ਦੀ ਸਿਫਤ ਵਿੱਚ ਗਈਆਂ ਨੇ। ਜਦੋਂ ਵੀ ਕਿਸੇ ਗੁਰੂ ਸਾਹਿਬ ਦੀ ਸਿਫਤ ਆਰੰਭ ਹੋਈ, ਉਦਾਹਰਨ ਦੇ ਤੌਰ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿਫਤ ਦੇ ਸਵਈਏ ਆਰੰਭ ਕਰਨ ਲੱਗੇ ਤੇ ਭੱਟਾਂ ਨੇ ਆਰੰਭ ਦੀਆਂ 2 ਤੁਕਾਂ ਪ੍ਰਭੂ ਦੇ ਅੱਗੇ ਬੰਦਨਾ ਦੇ ਰੂਪ ਚ ਉਚਾਰੀਆਂ। ਇੱਕ ਮਨ ਪੁਰਖ ਧਿਆਏ ਵਰਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੈ ਹਿਰਦੈ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਉਸ ਅਕਾਲ ਪੁਰਖ ਦੇ ਚਰਨਾਂ ਨੂੰ ਹਿਰਦੇ ਚ ਵਸਾ ਕੇ ਮੈਂ ਗੁਰੂ ਨਾਨਕ ਸਾਹਿਬ ਦੇ ਗੁਣ ਗਾਉਣ ਲੱਗਿਆ ਹਾਂ। ਜੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਸਿਫਤ ਦੇ ਸਵਈਏ ਆਰੰਭ ਹੋਏ ਤੇ ਤਾਂ ਵੀ ਪਹਿਲੀਆਂ 2 ਤੁਕਾਂ ਸੋਈ ਪੁਰਖ ਧੰਨ ਕਰਤਾ, ਕਾਰਨ ਕਰਤਾਰ ਕਰਨ ਸਮਰੱਥੋ, ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋਂ। ਪਹਿਲੀ ਤੁਕ ਅਕਾਲ ਪੁਰਖ ਦੀ ਸਿਫਤ ਵਾਸਤੇ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਵਈਏ ਆਰੰਭ ਹੋਣ ਲੱਗੇ ਤਾਂ ਵੀ ਅਕਾਲ ਪੁਰਖ ਦੀ ਸਿਫਤ ਕਰਕੇ ਉਹਦੀ ਵੰਦਨਾ ਕਰਕੇ ਫਿਰ ਸਵਈਏ ਆਰੰਭ ਹੋਏ। ਸੋਈ ਪੁਰਖ ਸਿਵਰ ਸਾਚਾ, ਜਾ ਕਾ ਇੱਕ ਨਾਮ ਅਛਲ ਸੰਸਾਰੇ। ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸਿਫਤ ਆਰੰਭ ਹੋਈ ਤਾਂ ਵੀ ਭੱਟਾਂ ਨੇ ਸਿਫਤ ਕੀਤੀ ਅਕਾਲ ਪੁਰਖ ਦੀ। ਸ਼ੁਰੂਆਤ ਇੱਥੋਂ ਕੀਤੀ, ਇੱਕ ਮਨ ਪੁਰਖ ਨਿਰੰਜਨ ਧਿਆਵੋ, ਗੁਰ ਪ੍ਰਸਾਦ ਹਰ ਗੁਣ ਸਦ ਗਾਵੋ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸਿਫਤ ਜਦੋਂ ਆਰੰਭ ਹੋਈ ਤੇ ਉਦੋਂ ਵੀ ਭੱਟਾਂ ਨੇ ਸਭ ਤੋਂ ਪਹਿਲਾਂ ਅਕਾਲ ਪੁਰਖ ਦਾ ਧਿਆਨ ਧਰਿਆ ਹੈ। ਸਿਮਰਨ ਸੋਈ ਪੁਰਖ। ਸਿਮਰਨ ਮਾਨੇ ਮੈਂ ਸਿਮਰਦਾ ਹਾਂ। ਸੋਈ ਇੱਕ ਵਚਨ ਸ਼ਬਦ ਹੈਗਾ, ਉਹ ਪੁਰਖ ਖੱਖੇ ਨੂੰ ਆਗੀ ਔਂਕੜ ਇੱਕ ਵਚਨ ਪੁਲਿੰਗ ਨਾਉ ਹੈ। ਉਹ ਪੁਰਖ ਜਿਹੜਾ ਪ੍ਰਭੂ ਕਣ ਕਣ ਵਿੱਚ ਵਿਆਪਕ ਹੈ। ਅਚਲ, ਇਹਨੂੰ ਅਚਲ ਪਾਠ ਪੜਨਾ ਗਲਤ ਹੈ, ਐੜਾ ਅਗੇਤਰ ਹੈ। ਇਸ ਸ਼ਬਦ ਦਾ ਪ੍ਰੀਫਿਕਸ ਹੈ ਅ। ਚਲ ਦਾ ਅਰਥ ਹੁੰਦਾ ਚਲਾਇਮਾਨ। ਅਚਲ ਮੈਨੇ ਜਿਹੜਾ ਚਲਾਇਮਾਨ ਨਹੀਂ ਹੈ, ਅਡੋਲ ਹੈ ਜਿਹੜਾ। ਤੇ ਲੱਲੇ ਨੂੰ ਔਂਕੜ ਭਾਵ ਇੱਕ ਵਚਨ ਪੁਲਿੰਗ ਨਾਉ ਦਾ ਇਹ ਵਿਸ਼ੇਸ਼ਣ ਹੈਗਾ। ਸਿਮਰਨ ਸੋਈ ਪੁਰਖ ਅਚਲ ਅਵਿਨਾਸ਼ੀ। ਐੜਾ ਇੱਥੇ ਫਿਰ ਅਗੇਤਰ ਹੈ। ਅਵਿਨਾਸ਼ੀ ਮੈਨੇ ਜਿਹੜਾ ਨਾਸ਼ ਨਹੀਂ ਹੁੰਦਾ। ਮੈਂ ਉਸ ਅਵਿਨਾਸ਼ੀ, ਉਸ ਅਚਲ, ਉਸ ਅਕਾਲ ਪੁਰਖ ਨੂੰ ਸਿਮਰਦਾ ਹਾਂ। ਜਿਸ ਸਿਮਰਤ ਦੁਰਮਤ ਮਲ ਨਾਸੀ। ਜਿਸ ਸਿਮਰਤ ਭਾਵ ਜਿਸ ਪ੍ਰਭੂ ਨੂੰ ਸਿਮਰਦੇ ਆ, ਜਿਸ ਤਿਸ ਇਸ ਉਸ ਕਿਸ। ਗੁਰਬਾਣੀ ਵਿੱਚ ਹਮੇਸ਼ਾ ਇਹ ਔਂਕੜ ਸਹਿਤ ਆਉਂਦਾ ਹੈ, ਸਿਰਫ ਕੁਝ ਕੁ ਸੰਬੰਧਕਾਂ ਨੂੰ ਛੱਡ ਕੇ। ਦਾ, ਦੇ, ਦੀ, ਕਾ, ਕੇ, ਕੀ, ਕੈ, ਨੋ, ਨੌ, ਕਉ ਤੇ ਅਵੇ ਹੀ ਆ ਜਾਵੇ। ਬਸ ਇੰਨੇ ਕੁ ਸੰਬੰਧਕ ਇਹ ਨਾਲ ਆ ਜਾਣ ਤੇ ਜਿਸ ਤਿਸ ਕਿਸ ਇਸ ਉਸ ਦੀ ਔਂਕੜ ਲੱਗ ਜਾਂਦੀ ਹੈ। ਅਦਰਵਾਈਜ਼ ਨਹੀਂ ਤੇ ਹਮੇਸ਼ਾ ਇਹ ਔਂਕੜ ਸਹਿਤ ਇਹ ਸ਼ਬਦ ਆਉਂਦੇ ਨੇ। ਸਿਮਰਤ ਮਨੇ ਜਿਸ ਪ੍ਰਭੂ ਨੂੰ ਸਿਮਰਨ ਨਾਲ ਦੁਰਮਤ ਮਲ ਨਾਸੀ। ਮਤ ਜਿਹੜਾ ਸ਼ਬਦ ਹੈ ਆਪਣੀ ਮੌਲਿਕ ਸਿਆਰੀ ਨਾਲ ਲੈ ਕੇ ਆਇਆ। ਇਹ ਇਸਤਰੀਲਿੰਗ ਸ਼ਬਦ ਹੈ ਮਤੀ। ਦੁਰਮਤ ਮਨੇ ਭੈੜੀ ਮਤ ਤੇ ਮਲ ਜਿਹੜਾ ਲੱਲੇ ਦੀ ਔਂਕੜ ਇਹ ਵੀ ਇਸਤਰੀਲਿੰਗ ਸ਼ਬਦ ਹੈ ਤੇ ਆਪਣੀ ਮੌਲਿਕ ਔਂਕੜ ਨਾਲ ਲੈ ਕੇ ਆਇਆ। ਦੁਰਮਤ ਮਲ ਨਾਸੀ। ਭੈੜੀ ਮਤ ਦੀ ਮੈਲ ਨਸ ਜਾਂਦੀ ਹੈ, ਦੌੜ ਜਾਂਦੀ ਹੈ। ਜਿਸ ਦਾ ਸਿਮਰਨ ਕਰਨ ਦੇ ਨਾਲ ਭੈੜੀ ਮਤ ਦੀ ਮੈਲ ਦੌੜ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਸਤਿਗੁਰ ਚਰਨ ਕਵਲ ਰਿਦ ਧਾਰਨ। ਇੱਥੇ ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸਿਫਤ ਸਲਾਹ ਆਰੰਭ ਹੋ ਗਈ। ਸਤਿਗੁਰ ਦੇ ਰਾਰੇ ਨੂੰ ਔਂਕੜ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਅੱਗੇ ਕੋਈ ਨਾ ਕੋਈ ਸੰਬੰਧਕ ਹੈ। ਸਤਿਗੁਰੂ ਦੇ
ਦੇ ਲੁਪਤ ਸੰਬੰਧਕ ਕਰਕੇ ਸਤਿਗੁਰ ਦੇ ਰਾਰੇ ਦੀ ਔਂਕੜ ਕੱਟੀ ਗਈ। ਇੱਕ ਵਚਨ ਪੁਲਿੰਗ ਨਾਉ ਹਮੇਸ਼ਾ ਔਂਕੜ ਸਹਿਤ ਆਉਂਦਾ ਹੈ, ਪਰ ਜੇ ਇੱਕ ਵਚਨ ਪੁਲਿੰਗ ਨਾਉ ਹੋਵੇ, ਭਾਵ ਪੁਲਿੰਗ ਵੀ ਹੋਵੇ ਤੇ ਇੱਕ ਵਚਨ ਵੀ ਹੋਵੇ, ਪਰ ਉਹਦੇ ਅੱਗੇ ਆਖਰੀ ਅੱਖਰ ਨੂੰ ਔਂਕੜ ਨਾ ਹੋਵੇ, ਤੇ ਇਹਦਾ ਮਤਲਬ ਕਿ ਉਹ ਜਾਂ ਸੰਬੋਧਨ ਹੈ ਜਾਂ ਉਹਦੇ ਅੱਗੇ ਸੰਬੰਧਕ ਲੱਗਿਆ ਹੋਇਆ ਹੈ। ਔਰ ਨਾਉ ਦੇ ਅਖੀਰ ਤੇ ਔਂਕੜ ਨਾ ਆਉਣ ਦੇ ਦੋ ਕਾਰਨ ਹੋਰ ਵੀ ਨੇ, ਬਹੁਵਚਨ ਜਾਂ ਇਸਤਰੀ ਲਿੰਗ, ਪਰ ਮੈਂ ਇੱਕ ਵਚਨ ਦੀ ਗੱਲ ਕਰ ਰਿਹਾ। ਇੱਕ ਵਚਨ ਪੁਲਿੰਗ ਨਾਉ ਹਮੇਸ਼ਾ ਆਪਣੀ ਔਂਕੜ ਨਾਲ ਲੈ ਕੇ ਆਉਂਦਾ ਹੈ, ਜਿਵੇਂ ਸਿਮਰਨ ਸੋਈ ਪੁਰਖ ਅਚਲ, ਇਹ ਦੋਨੋਂ ਇੱਕ ਵਚਨ ਪੁਲਿੰਗ ਨਾਉ ਨੇ ਜਾਂ ਵਿਸ਼ੇਸ਼ਣ ਨੇ। ਔਂਕੜ ਉਦੋਂ ਹਟੀ ਜਾਏਗੀ ਜਦੋਂ ਸੰਬੋਧਨ ਹੋਏਗਾ ਤੇ ਜਾਂ ਅੱਗੇ ਸੰਬੰਧਕ ਲੱਗਿਆ ਹੋਏਗਾ, ਪ੍ਰਗਟ ਜਾਂ ਲੁਪਤ। ਹੁਣ ਇੱਥੇ ਲੁਪਤ ਸੰਬੰਧਕ ਹੈ ਦੇ, ਸਤਿਗੁਰ ਦੇ ਚਰਨ, ਸੁਭਾਵਕ ਚਰਨ ਦੋ ਹੁੰਦੇ ਨੇ, ਇਸ ਕਰਕੇ ਬਹੁਵਚਨ ਹੋਣ ਕਰਕੇ ਨਾਣਾ ਮੁਕਤਾ ਆ ਗਿਆ। ਕਮਲ, ਹੁਣ ਚਰਨ ਦਾ ਜਿਹੜਾ ਵਿਸ਼ੇਸ਼ਣ ਹੈ ਬਹੁਵਚਨ ਦਾ, ਉਹ ਬਹੁਵਚਨ ਰੂਪ ਚ ਕਮਲ ਆ ਗਿਆ, ਇਸ ਕਰਕੇ ਲੱਲੇ ਨੂੰ ਔਂਕੜ ਨਹੀਂ ਆਈ। ਕਮਲਾਂ ਵਰਗੇ ਚਰਨ, ਰਿੱਧ ਧਾਰਨ, ਰਿੱਧ ਜਿਹੜਾ ਹਿਰਦੇ ਵਾਸਤੇ ਹਮੇਸ਼ਾ ਆਪਣੀ ਮੌਲਿਕ ਸਿਆਰੀ ਦੱਦੇ ਨੂੰ ਨਾਲ ਲੈ ਕੇ ਇਹ ਸ਼ਬਦ ਆਉਂਦਾ ਹੈ। ਹਿਰਦੇ ਵਿੱਚ ਧਾਰਨ ਕਰਦਾ ਹਾਂ, ਟਿਕਾਉਂਦਾ ਹਾਂ, ਸਤਿਗੁਰ ਚਰਨ ਕਮਲ ਰਿੱਧ ਧਾਰਨ, ਮੈਂ ਸਤਿਗੁਰੂ ਪਾਤਸ਼ਾਹ ਦੇ ਕਮਲ ਵਰਗੇ ਚਰਨਾਂ ਨੂੰ ਹਿਰਦੇ ਵਿੱਚ ਟਿਕਾਉਂਦਾ ਹਾਂ। ਇਸ ਤਰ੍ਹਾਂ ਦੇ ਜਦੋਂ ਸ਼ਬਦ ਆਉਂਦੇ ਨੇ ਗੁਰਬਾਣੀ ਦੇ ਵਿੱਚ, ਜਾਂ ਗੁਰ ਕੇ ਚਰਨ ਕਮਲ ਰਿੱਧ ਧਿਆਉ, ਜਾਂ ਗੁਰ ਕੇ ਚਰਨ ਹਿਰਦੈ ਮੈਂ ਧਾਰ, ਇਸ ਤਰ੍ਹਾਂ ਦੇ ਜਦੋਂ ਸ਼ਬਦ ਆਉਂਦੇ ਨੇ ਤੇ ਬਹੁਤ ਸਾਰੇ ਦੇਹਧਾਰੀ ਲੋਕ ਆਖਦੇ ਨੇ, ਦੇਖੋ ਗੁਰਬਾਣੀ ਤੇ ਆਪ ਕਹਿ ਰਹੀ ਹੈ ਕਿ ਗੁਰੂ ਦੇ ਚਰਨ ਹਿਰਦੇ ਚ ਵਸਾਣੇ ਚਾਹੀਦੇ ਨੇ। ਗੁਰ ਕੇ ਚਰਨ ਹਿਰਦੈ ਉਰ ਧਾਰ, ਜਾਂ ਗੁਰ ਕੇ ਚਰਨ ਹਿਰਦੈ ਉਰ ਧਾਰੇ, ਦੋਨੋਂ ਤਰ੍ਹਾਂ ਦੀ ਤੁਕ ਹੈਗੀ ਇਹ। ਤੇ ਜੇ ਗੁਰੂ ਦੇ ਚਰਨ ਹਿਰਦੇ ਚ ਵਸਾਣੇ ਨੇ ਤੇ ਚਰਨ ਤੇ ਫਿਰ ਇੱਕ ਸਰੀਰਕ ਦੇਹਧਾਰੀ ਗੁਰੂ ਦੇ ਹੋ ਸਕਦੇ ਨੇ, ਉਹਦੇ ਲਈ ਫਿਜ਼ੀਕਲ ਬਾਡੀ ਦੀ ਜ਼ਰੂਰਤ ਹੈ, ਇਸ ਕਰਕੇ ਦੇਹਧਾਰੀ ਗੁਰੂ ਹੋ ਸਕਦਾ ਹੈ। ਗੁਰੂ ਸਾਹਿਬ ਆਪਣੇ ਜ਼ਮਾਨੇ ਚ ਦੇਹਧਾਰੀ ਗੁਰੂ ਸਨ, ਇਸ ਕਰਕੇ ਉਹਨਾਂ ਦੇ ਚਰਨਾਂ ਦੀ ਗੱਲ ਹੋਈ। ਤੇ ਅੱਜ ਗੁਰੂ ਸਾਹਿਬ ਸਰੀਰਕ ਰੂਪ ਚ ਨਹੀਂ ਹਨ, ਇਸ ਕਰਕੇ ਸਿੱਖਾਂ ਨੂੰ ਦੇਹਧਾਰੀ ਗੁਰੂ ਧਾਰ ਲੈਣਾ ਚਾਹੀਦਾ ਹੈ, ਤਾਂ ਕਿ ਉਹਨਾਂ ਦੇ ਚਰਨ ਹਿਰਦੇ ਚ ਵਸਾ ਲੈਣ। ਉਹ ਹੁਣ ਦੇਖੋ, ਗੁਰੂ ਦੇ ਚਰਨ ਹਿਰਦੇ ਚ ਵਸਾਉਣ ਦੀ ਗੱਲ ਆਈ ਹੈ। ਐਸਾ ਕਿਹੜਾ ਸ਼ਰਧਾਲੂ ਹੈ ਜਿਹੜਾ ਗੁਰੂ ਦੇ ਚਰਨਾਂ ਨੂੰ ਆਪਣੀ ਛਾਤੀ ਨੂੰ ਚੀਰ ਕੇ ਆਪਣੇ ਦਿਲ ਚ ਟਿਕਾਏਗਾ? ਕਿਉਂਕਿ ਹਿਰਦੇ ਚ ਟਿਕਾਣ ਦੀ ਗੱਲ ਇਹਦੇ ਵਿੱਚ, ਹਿਰਦੇ ਚ ਕਿਵੇਂ ਟਿਕਾਏਗਾ? ਪਹਿਲੇ ਤੇ ਆਪਣੀ ਛਾਤੀ ਚੀਰਨੀ ਪਏਗੀ, ਫਿਰ ਉਹਨਾਂ ਚਰਨਾਂ ਨੂੰ ਦਿਲ ਚ ਟਿਕਾਣਾ ਪਏਗਾ। ਫਿਰ ਉਦੋਂ ਆਖਦੇ ਨੇ ਹਿਰਦਾ ਦਾ ਭਾਵ ਅੰਤਰ ਆਤਮਿਕ ਭਾਵਾਰਥਕ ਰੂਪ ਹੈਗਾ। ਇਹ ਭਾਵਾਰਥਕ ਇਹਦਾ ਅਰਥ ਬਣੇਗਾ, ਤੇ ਜੇ ਇਹਦਾ ਭਾਵਾਰਥਕ ਅਰਥ ਬਣੇਗਾ ਤੇ ਫਿਰ ਚਰਨਾਂ ਦਾ ਵੀ ਅਰਥ ਭਾਵਵਾਚਕ ਬਣੇਗਾ। ਔਰ ਗੁਰਬਾਣੀ ਨੇ ਬੜਾ ਸਪਸ਼ਟ ਕਿਹਾ ਕਿ ਚਰਨ ਕਿਹਨੂੰ ਕਿਹਾ? ਗੁਰੂ ਦੇ। ਹੁਣ ਗੁਰੂ ਦੇ ਚਰਨ ਹਿਰਦੇ ਚ ਕਿਵੇਂ ਵਸਾਣੇ ਹੁੰਦੇ ਨੇ? ਗੁਰੂ ਦੇ ਚਰਨ ਜੇ ਹਿਰਦੇ ਚ ਵਸਾਣੇ ਨੇ, ਸਾਨੂੰ ਇੱਕ ਉਦਾਹਰਨ ਲੈਣੀ ਪਏਗੀ। ਅਕਸਰ ਅਸੀਂ ਆਪਣੇ ਕਿਸੇ ਪਿਆਰੇ ਨੂੰ ਕਹਿੰਦੇ ਆ ਵੀ ਕਦੀ ਆਇਓ ਘਰੇ ਚਰਨ ਪਾਇਓ। ਹੁਣ ਉਹਦਾ ਅਰਥ ਇਹ ਨਹੀਂ ਕਿ ਤੂੰ ਨਾ ਆਈ, ਸਿਰਫ ਆਪਣੇ ਪੈਰ ਭੇਜ ਦੇਈਂ, ਨਹੀਂ, ਇੱਕ ਨਿਮਰਤਾ ਦਾ ਸੂਚਕ ਹੈ ਕਿ ਜਿੱਥੇ ਤੇਰੇ, ਸਾਡੇ ਲਈ ਤੇਰੇ ਚਰਨ ਵੀ ਕੀਮਤੀ ਨੇ। ਜਿਹੜਾ ਤੇਰਾ ਸਰੀਰ ਦਾ ਸਭ ਤੋਂ ਨੀਵਾਂ ਅੰਗ ਹੈ ਨਾ, ਤੇਰੇ ਪੈਰ ਸਾਡੇ ਲਈ ਉਹ ਵੀ ਕੀਮਤੀ ਚਰਨ ਨੇ, ਤੇ ਜੇ ਉਹ ਵੀ ਸਾਡੇ ਘਰ ਆ ਜਾਣ ਤੇ ਸਾਡੇ ਧੰਨ ਭਾਗ ਹੋਣਗੇ। ਤੇ ਸਾਨੂੰ ਇਹ ਵੀ ਪਤਾ ਹੈ ਜਿੱਥੇ ਤੇਰੇ ਪੈਰ ਹੋਣਗੇ ਉੱਥੇ ਤੂੰ ਆਪ ਹੋਏਗਾ। ਗੁਰੂ ਦੇ ਚਰਨ ਹਿਰਦੇ ਚ ਵਸਾਉਣ ਦਾ ਭਾਵ ਗੁਰੂ ਨੂੰ ਹਿਰਦੇ ਚ ਬੁਲਾਣਾ। ਜਿੱਥੇ ਗੁਰੂ ਦੇ ਚਰਨ ਹੋਣਗੇ ਉੱਥੇ ਗੁਰੂ ਆਪ ਹੋਏਗਾ, ਤੇ ਗੁਰੂ ਹੈ ਸ਼ਬਦ। ਤੇ ਜਿੱਥੇ ਗੁਰੂ ਦਾ ਸ਼ਬਦ ਆ ਗਿਆ, ਸਮਝ ਲਓ ਗੁਰੂ ਦੇ ਚਰਨ ਪੈ ਗਏ। ਸਤਿਗੁਰੂ ਨੇ ਬਾਣੀ ਚ ਵਚਨ ਕੀਤਾ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਗੁਰੂ ਦੇ ਚਰਨ ਜਿਹੜੇ ਨੇ ਉਹ ਗੁਰੂ ਦਾ ਸ਼ਬਦ ਹੈ। ਗੁਰੂ ਦਾ ਸ਼ਬਦ ਹਿਰਦੇ ਚ ਆ ਗਿਆ ਤੇ ਗੁਰੂ ਦੇ ਚਰਨ ਪੈ ਗਏ। ਇਸ ਕਰਕੇ ਜਿਹਨੇ ਗੁਰੂ ਦੇ ਚਰਨਾਂ ਨੂੰ ਹਿਰਦੇ ਚ ਵਸਾਉਣਾ ਹੈ, ਉਹਨੂੰ ਗੁਰੂ ਸ਼ਬਦ ਹਿਰਦੇ ਚ ਲਿਆਣਾ ਪਏਗਾ। ਸਤਿਗੁਰ ਚਰਨ ਕਮਲ ਰਿੱਧ ਧਾਰਨ। ਭੱਟ ਕਲਸਹਾਰ ਜੀ ਆਖਦੇ ਨੇ, ਮੈਂ ਗੁਰੂ ਦੇ ਕਮਲਾਂ ਵਰਗੇ ਚਰਨੇ ਹਿਰਦੇ ਚ ਟਿਕਾਉਂਦਾ ਹਾਂ। ਭਾਵ ਗੁਰੂ ਦੇ ਗਿਆਨ ਨੂੰ, ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਉਪਦੇਸ਼ ਨੂੰ ਮੈਂ ਹਿਰਦੇ ਚ ਵਸਾਉਂਦਾ ਹਾਂ। ਤੇ ਉਸ ਸ਼ਬਦ ਨੂੰ ਹਿਰਦੇ ਚ ਵਸਾ ਕੇ ਕੀ ਕਰਦਾ ਹਾਂ? ਮੈਂ ਉਹਦੀ ਵਿਚਾਰ ਕਰਦਾ। ਫਿਰ ਜਿਹੜੇ ਸ਼ਬਦ ਦੇ, ਗੁਰੂ ਦੇ ਉਪਦੇਸ਼ ਦੇ ਗੁਣ ਨੇ, ਫਿਰ ਉਹਨਾਂ ਦੀ ਵਿਚਾਰ ਕਰਦਾ ਹਾਂ। ਗੁਰ ਅਰਜੁਨ ਗੁਣ ਸਹਿਜ ਵਿਚਾਰਨ। ਇੱਥੇ ਅਰਜੁਨ ਦੇ ਨੰਨੇ ਨੂੰ ਔਂਕੜ ਨਹੀਂ ਆਈ, ਇਹਦਾ ਮਤਲਬ ਇੱਥੇ ਵੀ ਸੰਬੰਧਕ ਹੈ ਦੇ।
ਲੁਪਤ ਸੰਬੰਧਕ ਦੇ। ਤੇ ਅਰਜੁਨ ਦਾ ਵਿਸ਼ੇਸ਼ਣ ਗੁਰ ਜਿਹੜਾ ਹੈ ਉਹ ਵੀ ਔਂਕੜ ਤੋਂ ਬਿਨਾਂ ਆਏਗਾ, ਕਿਉਂਕਿ ਜਿੱਦਾਂ ਦਾ ਨਾਮ ਉਦਾਂ ਦਾ ਵਿਸ਼ੇਸ਼ਣ। ਗੁਰੂ ਅਰਜੁਨ ਦੇ ਭਾਵ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਗੁਣ। ਗੁਣ ਦਾ ਨਾਣਾ ਮੁਕਤਾ ਹੈ, ਇਹ ਬਹੁਵਚਨ ਸ਼ਬਦ ਹੈ। ਗੁਣਾ ਨੂੰ ਸਹਿਜ ਵਿਚਾਰਨ, ਸਹਿਜ ਦੇ ਜੱਜੇ ਨੂੰ ਸਿਆਰੀ ਹੈ, ਤੇ ਸਿਆਰੀ ਕਾਰ ਕੀ ਅਰਥ ਦੇਗੀ? ਨਾਲ, ਸਹਿਜ ਨਾਲ, ਪ੍ਰੇਮ ਨਾਲ, ਅਡੋਲਤਾ ਵਿੱਚ ਟਿਕ ਕੇ ਵਿਚਾਰਨ, ਮੈਂ ਵਿਚਾਰਦਾ ਹਾਂ। ਗੁਰ ਅਰਜੁਨ ਗੁਣ ਸਹਿਜ ਵਿਚਾਰਨ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਗੁਣਾਂ ਨੂੰ ਮੈਂ ਸਹਿਜ ਨਾਲ, ਸੁਭਾਵਕ ਪ੍ਰੇਮ ਦੇ ਨਾਲ ਮੈਂ ਵਿਚਾਰਦਾ ਹਾਂ। ਇੱਥੇ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਭੱਟਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਨਾਮ ਅਰਜੁਨ ਕਹਿ ਕੇ ਲਿਖਿਆ ਹੈ, ਅਰਜੁਨ ਜੱਜੇ ਨੂੰ ਔਂਕੜ ਨਾਲ। ਤੇ ਸਾਡੇ ਕੁਝ ਵਿਦਵਾਨ ਐਸੇ ਨੇ ਜਿਹੜੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਮ ਸਟੇਜਾਂ ਦੇ ਉੱਪਰੋਂ ਅਰਜੁਨ ਕਹਿ ਕੇ ਬੁਲਾਉਣ ਲੱਗ ਪਏ ਨੇ। ਸਤਿਗੁਰੂ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਨੇ ਕਿਹਾ, ਅਰਜੁਨ ਮੂੰਹ 'ਚ ਬਿੰਗਾ ਜਾ ਕਰਕੇ ਅਰਜੁਨ ਇਸ ਤਰ੍ਹਾਂ ਉਚਾਰਨ ਕਰਨ ਲੱਗੇ ਜੱਜੇ ਨੂੰ ਔਂਕੜ ਬੁਲਾ ਕੇ, ਜੋ ਕਿ ਠੀਕ ਨਹੀਂ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਮ ਜੱਜੇ ਨੂੰ ਔਂਕੜ ਨਾਲ ਨਹੀਂ ਹੈ। ਅਸੀਂ ਗੁਰਬਾਣੀ ਦੇ ਵਿੱਚ ਪੜ੍ਹ ਸਕਦੇ ਹਾਂ, ਜਿਹੜੇ ਗੁਰੂ ਸਾਹਿਬ ਦੇ ਨਾਲ ਰਹੇ ਭਾਈ ਬਲਵੰਡ ਰਾਏ ਜੀ ਤੇ ਭਾਈ ਸੱਤਾ ਜੀ, ਜਦੋਂ ਉਹ ਸਿਫਤ ਕਰਦੇ ਨੇ ਉਹ ਬੜਾ ਸਪਸ਼ਟ ਕਹਿੰਦੇ ਨੇ, ਤਖਤ ਬੈਠਾ ਅਰਜਨ ਗੁਰੂ ਸਤਿਗੁਰੂ ਕਾ ਖਿਵੈ ਚੰਦੋਵਾ। ਜਿਹੜੇ ਗੁਰੂ ਸਾਹਿਬ ਦੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਪਤਾ ਹੈ ਸਾਡੇ ਸਤਿਗੁਰੂ ਦਾ ਨਾਮ ਕੀ ਹੈ, ਸਾਡੇ ਸਤਿਗੁਰੂ ਦਾ ਨਾਮ ਹੈ ਅਰਜਨ। ਇਸ ਕਰਕੇ ਉਹਨਾਂ ਨੇ ਅਰਜੁਨ ਦੀ ਬਜਾਏ ਅਰਜਨ ਲਿਖਿਆ। ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ। ਇੱਥੋਂ ਤੱਕ ਭਾਈ ਗੁਰਦਾਸ ਜੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਲ ਰਹੇ ਨਾ, ਉਹਨਾਂ ਨੇ ਜਦੋਂ ਪੰਚਮ ਪਾਤਸ਼ਾਹ ਜੀ ਦੇ ਬਾਰੇ ਜ਼ਿਕਰ ਕੀਤਾ, ਉਹਨਾਂ ਨੇ ਵੀ ਇਹ ਸ਼ਬਦ ਵਰਤਿਆ, ਗੁਰ ਅਰਜਨ ਵਿਟੋਂ ਕੁਰਬਾਨੀ। ਜਦੋਂ ਉਹ ਸਤਿਗੁਰੂ ਦੀ ਸਿਫਤ ਕਰਦੇ ਨੇ ਅਰਜਨ ਕਹਿੰਦੇ ਨੇ, ਅਰਜੁਨ ਨਹੀਂ ਕਹਿੰਦੇ। ਗੁਰ ਅਰਜਨ ਪੰਚਮ ਠਹਿਰਾਇਓ, ਉਹ ਕਹਿੰਦੇ ਨੇ ਰਾਮਦਾਸੋਂ ਅਰਜਨ ਗੁਰ ਸ਼ਬਦ ਸਥੋਈ। ਉਹਨਾਂ ਨੇ ਹਰ ਥਾਂ ਤੇ ਅਰਜਨ ਹੀ ਵਰਤਿਆ, ਇਹ ਸ਼ਬਦ ਇਦਾਂ ਹੀ ਵਰਤਿਆ। ਹਰ ਗੋਬਿੰਦ ਗੁਰ ਅਰਜਨੋ ਗੁਰ ਗੋਬਿੰਦ ਨਾਉ, ਜਾਂ ਹਰ ਗੋਬਿੰਦ ਗੁਰ ਅਰਜਨੋ ਆਦ ਪੁਰਖ ਆਦੇਸ਼। ਉਹਨਾਂ ਨੇ ਅਰਜਨ ਲਫ਼ਜ਼ ਹੀ ਵਰਤਿਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਾਰੇ। ਭਾਵ ਭਾਈ ਗੁਰਦਾਸ ਜੀ ਵੀ ਜਿਹੜੇ ਰਿਸ਼ਤੇ ਵਿੱਚ ਦੂਰ ਨੇੜਿਓਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮਾਮਾ ਜੀ ਲੱਗਦੇ ਨੇ, ਉਹ ਵੀ ਆਪਣੇ ਭਾਂਜੇ ਦਾ ਨਾਮ ਅਰਜਨ ਲਿਖਦੇ ਨੇ। ਸੱਤਾ ਬਲਵੰਡ ਜੀ ਜਿਹੜੇ ਨਾਲ ਰਹੇ ਉਹਨਾਂ ਨੇ ਵਾਰ ਉਚਾਰੀ, ਉਹਨਾਂ ਨੇ ਵੀ ਅਰਜਨ ਕਿਹਾ। ਭੱਟਾਂ ਨੇ ਸੰਸਕ੍ਰਿਤ ਦੇ ਲਹਿਜੇ ਦੇ ਨਾਲ ਸਤਿਗੁਰੂ ਦਾ ਨਾਮ ਉਚਾਰਿਆ ਹੈਗਾ। ਉਹਨਾਂ ਦਾ ਲਹਿਜਾ ਸੰਸਕ੍ਰਿਤ ਵਾਲਾ ਹੈ, ਉਹਨਾਂ ਦੀ ਸੰਸਕ੍ਰਿਤ ਵਿੱਚੋਂ ਬਚਪਨ ਤੋਂ ਅਰਜੁਨ ਹੀ ਸਿੱਖਦੇ ਆਏ ਨੇ, ਅਰਜੁਨ ਹੀ ਪੜ੍ਹਦੇ ਸੁਣਦੇ ਵਿਚਾਰਦੇ ਆਏ ਨੇ। ਇਸ ਕਰਕੇ ਪੰਚਮ ਪਾਤਸ਼ਾਹ ਦਾ ਨਾਮ ਉਹਨਾਂ ਨੇ ਅਰਜੁਨ ਕਹਿ ਕੇ ਵਰਤਿਆ। ਸਤਿਗੁਰੂ ਪਾਤਸ਼ਾਹ ਨੇ ਉਹਨਾਂ ਦੀ ਮੌਲਿਕ ਲਿਖਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ, ਇੰਟਰਫੇਰੈਂਸ ਨਹੀਂ ਕੀਤੀ। ਜੋ ਇਨ ਬਿਨ ਉਹਨਾਂ ਦੀ ਮੌਲਿਕ ਲਿਖਤ ਸੀ ਉਹ ਦਰਜ ਕਰ ਦਿੱਤੀ, ਉਹਦੇ ਚ ਕੋਈ ਤਬਦੀਲੀ ਨਹੀਂ ਕੀਤੀ। ਜੇ ਉਹਨਾਂ ਨੇ ਆਪਣੀ ਸੰਸਕ੍ਰਿਤ ਦੇ ਲਹਿਜੇ ਦੇ ਵਿੱਚ ਅਰਜੁਨ ਕਹਿ ਦਿੱਤਾ, ਸਤਿਗੁਰੂ ਪਾਤਸ਼ਾਹ ਨੇ ਐਜ਼ ਇਟ ਇਜ਼ ਇਨ ਬਿਨ ਇਸੇ ਤਰ੍ਹਾਂ ਹੀ ਉਹਨੂੰ ਗੁਰੂ ਗ੍ਰੰਥ ਸਾਹਿਬ ਚ ਦਰਜ ਕਰ ਦਿੱਤਾ। ਇਸ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਮ ਅਰਜਨ ਹੀ ਹੈ, ਅਰਜੁਨ ਨਹੀਂ। ਪਰ ਭੱਟਾਂ ਦਾ ਲਹਿਜਾ ਸੰਸਕ੍ਰਿਤ ਦਾ ਹੋਣ ਕਰਕੇ ਉਹ ਸਤਿਗੁਰੂ ਨੂੰ ਅਰਜੁਨ ਕਹਿ ਕੇ ਸੰਬੋਧਨ ਕਰਦੇ ਨੇ। ਮੰਨ ਲਓ ਜਿਵੇਂ ਕੋਈ ਇੰਗਲਿਸ਼ਮੈਨ ਜਿਹੜਾ ਹੈ ਉਹ ਸਾਡੇ ਕਿਸੇ ਪੰਜਾਬੀ ਦਾ ਨਾਮ ਲਵੇ ਤੇ ਉਹ ਆਪਣਾ ਇੰਗਲਿਸ਼ ਐਕਸੈਂਟ ਜਿਹੜਾ ਉਹ ਵਿੱਚ ਯੂਜ਼ ਕਰਦਾ ਹੈ, ਉਹਨੂੰ ਪਤਾ ਨਹੀਂ। ਏਅਰਪੋਰਟ ਤੇ ਮੇਰੇ ਨਾਲ ਇੱਕ ਰਾਗੀ ਜਥਾ ਸੀ ਤੇ ਕਿਸੇ ਗੋਰੇ ਨੇ ਕਾਊਂਟਰ ਤੋਂ ਆਵਾਜ਼ ਦਿੱਤੀ, ਮਿਸਟਰ ਡਾਇਲ ਸਿੰਘ। ਹੁਣ ਅਸੀਂ ਦੇਖੀ ਡਾਇਲ ਸਿੰਘ ਤੇ ਇੱਥੇ ਕੋਈ ਵੀ ਨਹੀਂਗਾ, ਮਿਸਟਰ ਡਾਇਲ ਸਿੰਘ। ਬਾਅਦ ਚ ਧਿਆਨ ਆਇਆ ਵੀ ਦਿਆਲ ਸਿੰਘ ਨੂੰ ਉਹ ਡਾਇਲ ਸਿੰਘ ਪੜ੍ਹ ਰਹੇ ਆ, ਕਿਉਂਕਿ ਉਹਨਾਂ ਦਾ ਉਚਾਰਨ ਆਪਣੇ ਤਰੀਕੇ ਦਾ ਹੈ, ਉਹਨਾਂ ਦਾ ਪ੍ਰੋਨਾਂਸੀਏਸ਼ਨ ਆਪਣੇ ਤਰੀਕੇ ਦੀ ਉਹਨਾਂ ਦੀ ਪ੍ਰੋਨਾਂਸੀਏਸ਼ਨ ਹੈ। ਕਹਿਣ ਤੋਂ ਭਾਵ ਹਰ ਕੋਈ ਜਿਸ ਭਾਸ਼ਾ ਵਿੱਚ ਲਿਖ ਕੇ ਪੜ੍ਹ ਕੇ ਵੱਡਾ ਹੋਇਆ, ਉਹਦਾ ਐਕਸੈਂਟ, ਉਹਦਾ ਲਹਿਜਾ ਉਹਦੇ ਨਾਲ ਹੀ ਹੁੰਦਾ ਹੈ। ਭੱਟ ਕਿਉਂਕਿ ਬ੍ਰਾਹਮਣ ਨੇ, ਸੰਸਕ੍ਰਿਤ ਪੜ੍ਹੇ ਹੋਏ ਨੇ, ਸੰਸਕ੍ਰਿਤ ਪੜ੍ਹ ਕੇ ਹੀ ਸਮਝ ਕੇ ਵਿਚਾਰ ਕੇ ਵੱਡੇ ਹੋਏ, ਇਸ ਕਰਕੇ ਉਹਨਾਂ ਨੇ ਆਪਣੇ ਲਹਿਜੇ ਵਿੱਚ ਸਤਿਗੁਰੂ ਦਾ ਨਾਮ ਅਰਜੁਨ ਕਹਿ ਕੇ ਸੰਬੋਧਨ ਕੀਤਾ। ਇਸ ਕਰਕੇ ਸਟੇਜਾਂ ਤੋਂ ਪੰਚਮ ਪਾਤਸ਼ਾਹ ਦਾ ਨਾਮ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣਾ ਜਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿਣਾ ਠੀਕ ਹੈਗਾ, ਅਰਜੁਨ ਨਹੀਂ। ਅਰਜੁਨ ਸਿਰਫ ਭੱਟਾਂ ਨੇ ਆਪਣੇ ਲਹਿਜੇ ਵਿੱਚ ਸਤਿਗੁਰੂ ਨੂੰ ਸੰਬੋਧਨ ਕੀਤਾ ਹੈਗਾ। ਗੁਰ ਅਰਜੁਨ ਗੁਣ ਸਹਿਜ ਵਿਚਾਰਨ, ਭੱਟ ਕਲਸਹਾਰ ਜੀ ਆਖਦੇ ਨੇ, ਮੈਂ ਪ੍ਰੇਮ ਦੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਗੁਣਾਂ ਨੂੰ ਵਿਚਾਰਦਾ ਹਾਂ। ਇੱਥੋਂ ਫਿਰ ਉਹਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਸਿਫਤ ਦੀ ਆਰੰਭਤਾ ਕੀਤੀ।
ਗੁਰੂ ਰਾਮਦਾਸ ਘਰ ਕੀਓ ਪ੍ਰਗਾਸਾ। ਇੱਥੇ ਰਾਮਦਾਸ ਦੇ ਵੀ ਸੱਸੇ ਨੂੰ ਔਂਕੜ ਨਹੀਂ, ਉਹਦਾ ਵਿਸ਼ੇਸ਼ਣ ਗੁਰ ਵੀ ਔਂਕੜ ਤੋਂ ਬਿਨਾਂ ਆ ਗਿਆ, ਕਿਉਂਕਿ ਲੁਪਤ ਸੰਬੰਧਕ ਆ ਗਿਆ ਦੇ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦੇ ਰਾਰੇ ਨੂੰ ਆ ਗਈ ਸਿਆਰੀ। ਘਰ ਕੀ ਅਰਥ ਬਣ ਜਾਏਗਾ? ਘਰ ਵਿੱਚ। ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਵਿੱਚ ਕੀਓ ਪ੍ਰਗਾਸਾ, ਪ੍ਰਕਾਸ਼ ਲਿਆ ਉਹਨਾਂ ਨੇ। ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਵਿੱਚ ਉਹਨਾਂ ਦਾ ਜਨਮ ਹੋਇਆ। ਸਗਲ ਮਨੋਰਥ ਪੂਰੀ ਆਸਾ। ਮਨੋਰਥ ਵੀ ਬਹੁਤੇ ਨੇ, ਮਨ ਦੇ ਅਰਥ ਮੈਨੇ ਮਨ ਦੀਆਂ ਆਸ਼ਾਵਾਂ, ਇਸ ਕਰਕੇ ਥੱਥਾ ਮੁਕਤਾ ਆ ਗਿਆ। ਤੇ ਉਹਦਾ ਵਿਸ਼ੇਸ਼ਣ ਜਿਹੜਾ ਹੈ ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਸਗਲ, ਉਹ ਵੀ ਲੱਲਾ ਮੁਕਤਾ ਆ ਗਿਆ। ਸਗਲ ਮਨੋਰਥ ਮੈਨੇ ਸਾਰੇ ਮਨੋਰਥ, ਪੂਰੀ ਆਸਾ ਸਾਰੀਆਂ ਆਸ਼ਾਵਾਂ ਵੀ ਪੂਰੀਆਂ ਹੋ ਗਈਆਂ, ਉਹਨਾਂ ਦੇ ਮਨੋਰਥ ਪੂਰੇ ਹੋ ਗਏ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੈਂ ਤੇ ਰੁਕਣਾ ਹੈਗਾ, ਸੁਬੋਧਨ ਹੈ, ਭਾਵ ਹੈ ਸਤਿਗੁਰੂ ਪਾਤਸ਼ਾਹ ਤੁਸੀਂ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਜਨਮ ਤੋਂ ਹੀ ਗੁਰਮਤ, ਮਤ ਕਿਉਂਕਿ ਇਸਤਰੀਲਿੰਗ ਸ਼ਬਦ ਆਪਣੀ ਮੌਲਿਕ ਸਿਆਰੀ ਨਾਲ ਲੈ ਕੇ ਆਇਆ ਹੈ, ਇਸ ਕਰਕੇ ਤੱਤੇ ਨੂੰ ਉੱਥੇ ਸਿਆਰੀ ਲੱਗੀ ਹੋਈ ਹੈ। ਗੁਰੂ ਦੀ ਮਤ, ਤੈਂ ਜਨਮਤ ਗੁਰਮਤ, ਗੁਰੂ ਦੀ ਮਤ ਲੈ ਕੇ ਬ੍ਰਹਮ ਪਛਾਣਿਓ। ਬ੍ਰਹਮ ਦੇ ਮੰਮੇ ਨੂੰ ਆ ਗਈ ਔਂਕੜ, ਇੱਕ ਵਚਨ ਪੁਲਿੰਗ ਨਾਉ, ਭਾਵ ਅਕਾਲ ਪੁਰਖ ਪ੍ਰਭੂ ਨੂੰ ਪਛਾਣ ਲਿਆ। ਅਕਾਲ ਪੁਰਖ ਪ੍ਰਭੂ ਪਛਾਣ ਲਿਆ, ਰੱਬ ਪਛਾਣ ਲਿਆ, ਬ੍ਰਹਮ ਪਛਾਣ ਲਿਆ। ਇਹ ਤੁਕ ਜਿਹੜੀ ਹੈ ਨਾ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਭੱਟਾਂ ਨੇ ਸਿਰਫ ਗੁਰੂ ਅਰਜਨ ਦੇਵ ਪਾਤਸ਼ਾਹ ਵਾਸਤੇ ਵਰਤੀ, ਗੁਰੂ ਅੰਗਦ ਦੇਵ ਪਾਤਸ਼ਾਹ ਵਾਸਤੇ ਵੀ ਨਹੀਂ ਵਰਤੀ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਪਾਤਸ਼ਾਹ ਵਾਸਤੇ ਵੀ ਨਹੀਂ ਵਰਤੀ। ਕਿਉਂ? ਕਿਉਂਕਿ ਉਹਨਾਂ ਨੇ ਜਨਮ ਤੋਂ ਗੁਰਮਤ ਨਹੀਂ ਸੀ ਹਾਸਲ ਕੀਤੀ। ਜਨਮ ਤੋਂ ਗੁਰਮਤ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਮਿਲੀ ਹੈ। ਭਾਈ ਲਹਿਣਾ ਜੀ ਉਦੋਂ ਲਗਭਗ 26-27 ਸਾਲ ਦੇ ਸਨ ਜਦੋਂ ਗੁਰੂ ਨਾਨਕ ਦੇ ਘਰ ਵਿੱਚ ਆਏ, ਔਰ ਗੁਰੂ ਅੰਗਦ ਦੇਵ ਪਾਤਸ਼ਾਹ ਜਿਹੜੇ ਨੇ ਬਾਅਦ ਵਿੱਚ ਬਣੇ। ਭਾਈ ਲਹਿਣਾ ਤੋਂ ਗੁਰੂ ਅੰਗਦ ਦੇਵ ਪਾਤਸ਼ਾਹ ਬਾਅਦ ਚ ਬਣੇ, ਭਾਵ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਚੜ੍ਹਦੀ ਜਵਾਨੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਆਏ ਤੇ ਉਹਨਾਂ ਨੇ ਗੁਰਮਤ ਹਾਸਲ ਕੀਤੀ। ਬਾਬਾ ਅਮਰਦਾਸ ਪਾਤਸ਼ਾਹ ਜੀ ਨੇ 60 ਸਾਲ ਦੀ ਉਮਰ ਤੋਂ ਬਾਅਦ ਗੁਰਮਤ ਹਾਸਲ ਕੀਤੀ, ਗੁਰੂ ਨਾਨਕ ਦੇ ਦਰ ਤੇ ਆ ਕੇ, ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ। ਗੁਰੂ ਰਾਮਦਾਸ ਪਾਤਸ਼ਾਹ ਭਾਈ ਜੇਠਾ ਦੇ ਰੂਪ ਵਿੱਚ 7-8 ਸਾਲ ਦੀ ਉਮਰ ਦੇ ਵਿੱਚ ਗੁਰੂ ਦਰ ਤੇ ਆ ਕੇ ਉਹਨਾਂ ਨੇ ਗੁਰਮਤ ਹਾਸਲ ਕੀਤੀ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਐਸੇ ਪਹਿਲੇ ਸਤਿਗੁਰੂ ਨੇ ਜਿਨ੍ਹਾਂ ਨੂੰ ਘਰ ਵਿੱਚੋਂ ਹੀ ਗੁਰਮਤ ਮਿਲ ਗਈ। ਜਿਸ ਦਿਨ ਪ੍ਰਕਾਸ਼ ਹੋਇਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ, ਉਦੋਂ ਨਾਨਾ ਗੁਰੂ ਅਮਰਦਾਸ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹਨ। ਨਾਨੇ ਦੀ ਗੋਦ ਵਿੱਚ ਖੇਡ ਕੇ ਉਹਨਾਂ ਗੁਰਮਤ ਸਿੱਖੀ। 11.5 ਸਾਲ ਦੀ ਉਮਰ ਸੀ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਤੇ ਨਾਨਾ ਗੁਰੂ ਅਮਰਦਾਸ ਪਾਤਸ਼ਾਹ ਪਿਆਨਾ ਕਰ ਗਏ ਤੇ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਗੁਰਤਾ ਗੱਦੀ ਤੇ ਬੈਠ ਗਏ। 11.5 ਸਾਲ ਦੀ ਉਮਰ ਵਿੱਚ ਫਿਰ ਪਿਤਾ ਦੀ ਗੋਦ ਵਿੱਚ ਬਹਿ ਕੇ ਗੁਰਮਤ ਸਿੱਖਦੇ ਰਹੇ। ਗੁਰੂ ਅਰਜਨ ਦੇਵ ਪਾਤਸ਼ਾਹ ਪਹਿਲੇ ਗੁਰੂ ਨੇ ਜਿਨ੍ਹਾਂ ਨੂੰ ਜਨਮ ਤੋਂ ਘਰ ਵਿੱਚੋਂ ਗੁਰਮਤ ਮਿਲ ਗਈ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਜਿਨ੍ਹਾਂ ਨੂੰ ਜਨਮ ਤੋਂ ਹੀ ਗੁਰੂ ਦੀ ਮੱਤ ਮਿਲਣੀ ਸ਼ੁਰੂ ਹੋ ਗਈ ਤੇ ਗੁਰੂ ਦੀ ਮੱਤ ਸਦਕਾ ਉਹਨਾਂ ਨੇ ਬ੍ਰਹਮ ਨੂੰ ਪਛਾਣ ਲਿਆ। ਤੇ ਇਹ ਨਹੀਂ ਵੀ ਇਹ ਤੁਕ ਉਸ ਜ਼ਮਾਨੇ 'ਚ ਸਾਰਥਕ ਸੀ ਪੰਚਮ ਪਾਤਸ਼ਾਹ ਵਾਸਤੇ ਤੇ ਗੱਲ ਖਤਮ ਹੋ ਗਈ, ਹੁਣ ਅੱਜ ਇਹਦੀ ਸਾਰਥਕਤਾ ਨਹੀਂ ਰਹੀ। ਨਹੀਂ, ਇਹ ਗਲਤ ਹੈ। ਅੱਜ ਵੀ ਇਸ ਤੁਕ ਦੀ ਸਾਰਥਕਤਾ ਹੈ। ਸਿੱਖ ਨੇ ਇਸ ਤੁਕ ਨੂੰ ਕਮਾਉਣਾ ਹੈ। ਕਿਵੇਂ? ਸਿੱਖ ਦੇ ਘਰ ਬੱਚਾ ਜਨਮ ਲਵੇ, ਉਹਨੂੰ ਜਨਮ ਤੋਂ ਗੁਰਮਤ ਮਿਲਣੀ ਸ਼ੁਰੂ ਹੋ ਜਾਏ ਤੇ ਇਹ ਤੁਕ ਜਿਹੜੀ ਸਕਾਰਤ ਹੋ ਜਾਏਗੀ, ਸਫਲ ਹੋ ਜਾਏਗੀ। ਅੱਜ ਇਸ ਤੁਕ ਨੂੰ ਅਸੀਂ ਕਮਾ ਸਕਦੇ ਹਾਂ। ਜੇ ਮਾਤਾ ਪਿਤਾ ਨੇ ਜਨਮ ਤੋਂ ਸਾਨੂੰ ਗੁਰਮਤ ਦਿੱਤੀ ਤੇ ਇਹ ਤੁਕ ਸਾਡੇ ਵਾਸਤੇ ਵੀ, ਅਸੀਂ ਜਨਮਤ ਗੁਰਮਤ ਲੈ ਲਈ। ਜੇ ਅੱਗੋਂ ਅਸੀਂ ਆਪਣੇ ਬੱਚਿਆਂ ਨੂੰ ਘਰੋਂ ਹੀ ਗੁਰਮਤ ਦੇ ਰਹੇ ਹਾਂ, ਸਮਝ ਲਓ ਸਾਡੇ ਬੱਚਿਆਂ ਵਾਸਤੇ ਤੁਕ ਸੱਚ ਹੈ। ਤੈਂ ਜਨਮਤ ਗੁਰਮਤ, ਜਨਮਦਿਆਂ ਸਾਰ ਗੁਰੂ ਦੀ ਮੱਤ ਮਿਲ ਗਈ। ਇੱਕ ਸਮਾਂ ਆਏਗਾ ਉਹ ਬ੍ਰਹਮ ਨੂੰ ਵੀ ਪਛਾਣ ਲੈਣਗੇ। ਇਸ ਤੁਕ ਦਾ ਅਰਥ ਇਹ ਨਹੀਂ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜਨਮ ਲੈਂਦਿਆਂ ਸਾਰੀ ਰੱਬ ਨੂੰ ਮਿਲ ਪਏ। ਇੱਥੇ ਵਿਚਕਾਰ ਗੁਰਮਤ ਲਫ਼ਜ਼ ਵੀ ਧਿਆਨ ਦੇਣ ਯੋਗ ਹੈ। ਗੁਰਮਤ ਮੈਨੇ ਗੁਰੂ ਦੀ ਮੱਤ ਲੈ ਕੇ, ਕਿਉਂਕਿ ਗੁਰੂ ਦੀ ਮੱਤ ਤੋਂ ਬਿਨਾਂ ਨਾ ਕਦੀ ਰੱਬ ਪਛਾਣਿਆ ਜਾ ਸਕਦਾ ਹੈ, ਨਾ ਹੀ ਕਦੀ ਕਿਸੇ ਨੇ ਪਛਾਣਿਆ। ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਗੁਰੂ ਤੋਂ ਬਿਨਾਂ ਨਹੀਂ। ਪ੍ਰਭੂ ਜਦੋਂ ਪਛਾਣਿਆ ਜਾਏਗਾ, ਗੁਰੂ ਦੀ ਮੱਤ ਲੈ ਕੇ ਹੀ ਪਛਾਣਿਆ ਜਾਏਗਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਉਹ ਗੁਰੂ ਨੇ ਜਿਨ੍ਹਾਂ ਨੂੰ ਜਨਮ ਤੋਂ ਨਾਨਾ ਗੁਰੂ ਅਮਰਦਾਸ ਜੀ ਸਾਹਿਬ ਜੀ ਤੋਂ ਗੁਰਮਤ ਮਿਲੀ,
ਤੇ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਤੋਂ ਗੁਰਮਤਿ ਪ੍ਰਾਪਤ ਹੋਈ, ਬ੍ਰਹਮ ਪਛਾਣਿਓ। ਫਿਰ ਉਹ ਗੁਰੂ ਦੀ ਮੱਤ ਲੈ ਕੇ, ਗੁਰੂ ਦੇ ਉਪਦੇਸ਼, ਗੁਰੂ ਦੇ ਗਿਆਨ ਨਾਲ ਜੁੜ ਕੇ ਉਹਨਾਂ ਨੇ ਰੱਬ ਦੀ ਪਛਾਣ ਕਰ ਲਈ ਕਿ ਬ੍ਰਹਮ ਤੇ ਖਟਖਟ ਦੇ ਵਿੱਚ ਹੈ। ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨੇ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਉਹਨਾਂ ਨੇ ਆਪਣੀ ਬਾਣੀ 'ਚ ਜ਼ਿਕਰ ਕਰ ਦਿੱਤਾ ਕਿ ਜਿਸ ਬ੍ਰਹਮ ਦੀ ਮੈਂ ਪਛਾਣ ਕੀਤੀ, ਹਰ ਆਤਮਾ 'ਚ ਹੀ ਬ੍ਰਹਮ ਹੈ। ਉਹ ਉਸੇ ਨੂੰ ਦੇਖ ਰਹੇ ਹਾਂ, ਉਸੇ ਨੂੰ ਸੁਣ ਰਹੇ ਹਾਂ, ਉਸੇ ਨੂੰ ਹੀ ਅਸੀਂ ਹਰ ਥਾਂ ਤੇ ਮਾਣ ਰਹੇ ਹਾਂ। ਉਹੀ ਨਜ਼ਰ ਆ ਰਿਹਾ ਹਰ ਥਾਂ ਤੇ, ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨੇ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਰੱਬ ਤੋਂ ਬਿਨਾਂ ਹੈ ਹੀ ਕੁਛ ਨਹੀਂ। ਇਸ ਬ੍ਰਹਮ ਦੀ ਪਛਾਣ ਕਰ ਲਈ ਕਿ ਜਿਹੜਾ ਕਣ ਕਣ ਵਿੱਚ ਵਿਆਪਰਿਆ ਹੈ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕੱਲੇ ਜੋਰ ਕਾ ਕੱਲੇ ਮਨੇ ਪਟ ਕਲ ਸਹਾਰ। ਅੱਧਾ ਪੈਰ 'ਚ ਯਈਆ ਹੈਗਾ ਲੱਲੇ ਦੇ, ਤੇ ਜਿਸ ਅੱਖਰ ਦੇ ਪੈਰ ਵਿੱਚ ਅੱਧਾ ਯਈਆ ਹੋਵੇ, ਉਹਦਾ ਉਚਾਰਨ ਉਸ ਅੱਖਰ ਨੂੰ ਸਿਹਾਰੀ ਲਗਾ ਕੇ ਅੱਗੇ ਐੜਾ ਲਗਾ ਦਿੱਤਾ ਜਾਂਦਾ ਹੈ, ਤੇ ਅੱਧੇ ਯਈ ਦਾ ਉਚਾਰਨ ਸੰਭਵ ਹੋ ਜਾਂਦਾ ਹੈ। ਕੱਲੇ ਜੋੜ ਕਰ, ਭਾਵ ਪਟ ਕਲ ਸਹਾਰ ਜੀ, ਹੱਥ ਜੋੜ ਕੇ, ਜੋੜ ਦੇ ਡਾੜੇ ਨੂੰ ਸਿਹਾਰੀ ਆ ਗਈ, ਮੈਨੇ ਜੋੜ ਕੇ। ਕਰ ਰਾਰਾ ਮੁਕਤਾ ਹੈ, ਬਹੁਵਚਨ ਸ਼ਬਦ ਹੈ ਕਰ। ਇੱਕ ਰਾਰੇ ਨੂੰ ਔਂਕੜ ਹੋਵੇ ਤੇ ਇੱਕ ਕਰ, ਮੈਨੇ ਇੱਕ ਹੱਥ, ਰਾਰੇ ਦੀ ਔਂਕੜ ਉਤਰ ਗਈ ਤੇ ਦੋਨੋਂ ਹੱਥ ਜੋੜ ਕੇ, ਕੱਲੇ ਜੋੜ ਕਰ ਸੁਜਸ ਵਖਾਣਿਓ। ਦੋਨੋਂ ਹੱਥ ਜੋੜ ਕੇ, ਜੋੜ ਰਾੜੇ ਨੂੰ ਸਿਹਾਰੀ ਪੂਰਵ ਪੂਰਨ ਕਰ ਦੰਤਕ ਹੋਣ ਕਰਕੇ ਸਿਹਾਰੀ ਨਾਲ ਇਹ ਕਿਰਿਆ ਆ ਗਈ, ਕਿਉਂਕਿ ਅੱਗੇ ਇੱਕ ਹੋਰ ਵੀ ਕਿਰਿਆ ਹੈਗੀ ਹੈ, ਵਖਾਣਿਓ। ਸੁਜਸ ਵਖਾਣਿਓ, ਸੁਜਸ ਤੇ ਸੱਸੇ ਨੂੰ ਔਂਕੜ ਹੈ, ਭਾਵ ਜਸ ਸਿਫਤ। ਵਖਾਣਿਓ ਮੈਨੇ ਉਚਾਰਦਾ ਹੈ। ਕਵੀ ਜਿਹੜਾ ਕਲ ਸਹਾਰ ਹੈ, ਉਹ ਹੱਥ ਜੋੜ ਕੇ ਇਹ ਸਤਿਗੁਰੂ ਪਾਤਸ਼ਾਹ ਜੀਓ ਆਪ ਜੀ ਦੀ ਸਿਫਤ ਉਚਾਰਦਾ ਹੈ। ਭਗਤ ਜੋਗ ਕਉ ਜੈਤਵਾਰ, ਹਰ ਜਨਕ ਉਪਾਇਓ। ਭਗਤ ਦੇ ਤੱਤੇ ਨੂੰ ਸਿਹਾਰੀ, ਜਿੱਥੇ ਵੀ ਗੁਰਬਾਣੀ 'ਚ ਭਗਤ ਦੇ ਤੱਤੇ ਨੂੰ ਸਿਹਾਰੀ ਆਏਗੀ, ਉੱਥੇ ਅਰਥ ਬਣੇਗਾ ਭਗਤੀ। ਇਹ ਆਪਣੀ ਮੌਲਿਕ ਸਿਹਾਰੀ ਇਸ ਸ਼ਬਦ ਨਾਲ ਲੈ ਕੇ ਆਇਆ। ਭਗਤੀ ਦੇ ਜੋਗ, ਭਗਤੀ ਦੇ ਜੋਗ ਨੂੰ ਜਿੱਤਣ ਵਾਲੇ। ਭਗਤ ਜੋਗ, ਜੋਗ ਦਾ ਅਰਥ ਹੁੰਦਾ ਹੈ ਮਿਲਾਪ। ਭਗਤੀ ਦਾ ਮਿਲਾਪ ਜਿੱਤ ਲਿਆ, ਭਾਵ ਭਗਤੀ ਹਾਸਲ ਕਰ ਲਈ, ਇਹਦਾ ਅਰਥ ਇਹ ਹੈ। ਕਉ ਮੈਨੇ ਨੂੰ, ਜੈਤਵਾਰ ਰਾਰੇ ਨੂੰ ਔਂਕੜ ਹੈ, ਇਹਦਾ ਮਤਲਬ ਇਹ ਇੱਕ ਵਚਨ ਪੁਲਿੰਗ ਦਾ ਵਿਸ਼ੇਸ਼ਣ ਹੈ, ਜਿੱਤਣ ਵਾਲਾ। ਭਗਤ ਜੋਗ ਕਉ ਜੈਤਵਾਰ, ਭਾਵ ਆਪ ਜੀ ਨੇ ਭਗਤੀ ਦੇ ਯੋਗ ਨੂੰ ਜਿੱਤ ਲਿਆ, ਆਪ ਭਗਤੀ ਦੇ ਯੋਗ ਨੂੰ ਜਿੱਤਣ ਵਾਲੇ ਹੋ। ਹਰ ਜਨਕ ਉਪਾਇਓ, ਹਰ ਹਰੀ ਪ੍ਰਭੂ ਨੇ ਜਨਕ ਉਪਾਇਓ, ਆਪ ਜੀ ਨੂੰ ਜਨਕ ਪੈਦਾ ਕਰ ਦਿੱਤਾ। ਜਨਕ ਦੇ ਕੱਕੇ ਨੂੰ ਆ ਗਈ ਔਂਕੜ, ਤੇ ਜਨਕ ਦੇ ਕੱਕੇ ਦੀ ਔਂਕੜ ਦਾ ਅਰਥ ਇਹ ਹੁੰਦਾ ਹੈ, ਜਨਕ ਦਾ ਅਰਥ ਗੁਰਬਾਣੀ ਵਿੱਚ ਇਹ ਹੁੰਦਾ ਹੈ ਗਿਆਨ, ਤੇ ਜਨਕ ਗਿਆਨਵਾਨ ਗਿਆਨੀ ਨੂੰ ਵੀ ਕਿਹਾ ਜਾਂਦਾ ਹੈ। ਜਿਵੇਂ ਅਸੀਂ ਪੜ੍ਹਦੇ ਹਾਂ, ਜਨਕ ਜਨਕ ਬੈਠੇ ਸਿੰਘਾਸਨ, ਨੌ ਮੁਨੀ ਧੂਰ ਲੈ ਲਾਵੇਗੋ। ਪਹਿਲੇ ਜਨਕ ਦਾ ਅਰਥ ਹੈ ਗਿਆਨਵਾਨ, ਦੂਜੇ ਜਨਕ ਦਾ ਅਰਥ ਹੈ ਰਾਜੇ ਜਨਕ ਦੀ ਪੀੜ੍ਹੀ ਵਾਲੇ ਕਈ ਜਨਕ, ਅਨੇਕਾਂ ਜਨਕ, ਅਨੇਕਾਂ ਗਿਆਨਵਾਨ, ਬੈਠੇ ਸਿੰਘਾਸਨ, ਨੌ ਮੁਨੀ ਧੂਰ ਲੈ ਲਾਵੇਗੋ। ਤੇ ਇਹ ਜਿਹੜਾ ਜਨਕ ਸ਼ਬਦ ਹੈ, ਜਨਕ ਦਾ ਅਰਥ, ਅੱਖਰੀ ਅਰਥ ਹੁੰਦਾ ਜਾਣਨ ਵਾਲਾ। ਇਹ ਜਾਣਨ ਵਾਲੇ ਤੋਂ ਬਣਿਆ ਸ਼ਬਦ, ਜਾਣਨ ਵਾਲਾ ਭਾਵ ਜਿਹੜਾ ਜਾਣਦਾ ਹੈ। ਹਰ ਕੇ ਸੰਤ ਜਨਾ ਮੈਂ ਹਰ ਹਰ, ਤੇ ਜਨ ਉੱਤਮ ਜਨਕ ਜਨਾਕ। ਉਹ ਸ੍ਰੇਸ਼ਟ ਜਾਣਨ ਵਾਲੇ ਹਨ, ਉਹ ਸ੍ਰੇਸ਼ਟ ਮਹਾਨ ਗਿਆਤਾ ਹਨ। ਇਸ ਕਰਕੇ ਗੁਰਬਾਣੀ ਦੇ ਵਿੱਚ ਜਨਕ ਸ਼ਬਦ ਜਦੋਂ ਆਏਗਾ, ਉਦੋਂ ਉਹ ਗਿਆਨ ਵਾਸਤੇ ਆਏਗਾ ਜਾਂ ਗਿਆਨੀ ਵਾਸਤੇ ਆਏਗਾ। ਹੁਣ ਇੱਥੇ ਸ਼ਬਦ ਜਿਹੜਾ ਇਹ ਗਿਆਨਵਾਨ ਸਤਿਗੁਰੂ ਪਾਤਸ਼ਾਹ ਵਾਸਤੇ ਹੈ। ਹਰ ਜਨਕ ਉਪਾਇਓ, ਹਰੀ ਪ੍ਰਭੂ ਨੇ ਇੱਕ ਗਿਆਨਵਾਨ ਪੈਦਾ ਕਰ ਦਿੱਤਾ, ਗਿਆਨੀ ਪੈਦਾ ਕਰ ਦਿੱਤਾ, ਜਾਣਨ ਵਾਲਾ ਪੈਦਾ ਕਰ ਦਿੱਤਾ, ਜਿਹਨੇ ਪ੍ਰਭੂ ਨੂੰ ਜਾਣਿਆ ਹੈ। ਸ਼ਬਦ ਗੁਰੂ ਪ੍ਰਕਾਸ਼ਿਓ, ਹਰ ਰਸਮ ਬਸਾਇਓ। ਸ਼ਬਦ ਦੇ ਦੱਦੇ ਨੂੰ ਆ ਗਈ ਔਂਕੜ, ਇੱਕ ਵਚਨ ਪੁਲਿੰਗ, ਸ਼ਬਦ ਗੁਰੂ ਪ੍ਰਕਾਸ਼ਿਓ, ਸ਼ਬਦ ਗੁਰੂ ਪ੍ਰਗਟ ਕਰ ਦਿੱਤਾ, ਭਾਵ ਆਪ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ਬਦ ਗੁਰੂ ਪ੍ਰਗਟ ਕੀਤਾ, ਗਿਆਨ ਪ੍ਰਗਟ ਕੀਤਾ। ਹਰ ਰਸਨ ਬਸਾਇਓ, ਹਰੀ ਨੂੰ ਰਸਨ, ਰਸਨਾ ਇਸਤਰੀ ਲਿੰਗ ਸ਼ਬਦ ਹੋਣ ਕਰਕੇ ਨੰਨਾ ਮੁਕਤਾ ਆਇਆ ਹੈਗਾ। ਰਸਨ ਮੈਨੇ ਰਸਨਾ ਤੇ ਜੀਭ ਤੇ, ਵਸਾਇਓ ਮੈਨੇ ਵਸਾ ਲਿਆ ਹੈ, ਭਾਵ ਰਸਨਾ ਦੇ ਨਾਲ ਪ੍ਰਭੂ ਦੀ ਸਿਫਤ ਸਲਾਹ ਕੀਤੀ। ਗੁਰੂ ਨਾਨਕ ਅੰਗਦ ਅਮਰ ਲਾਗ, ਉੱਤਮ ਪਦ ਪਾਇਓ। ਗੁਰੂ ਨਾਨਕ ਭਾਵ ਗੁਰੂ ਨਾਨਕ ਪਾਤਸ਼ਾਹ ਜੀ ਦੇ, ਹੁਣ ਇੱਥੇ ਸੰਬੰਧਕ ਲੁਪਤ ਆ ਗਿਆ ਦੇ,
ਦੇ ਲੁਪਤ ਸੰਬੰਧਕ ਹੋਣ ਦੇ ਕਾਰਨ ਆਖਰੀ ਅੱਖਰ ਦੀ ਔਂਕੜ ਇੱਥੇ ਉੱਡ ਗਈ ਹੈਗੀ ਹੈ। ਦੇ, ਗੁਰੂ ਨਾਨਕ ਦੇ ਭਾਵ ਗੁਰੂ ਨਾਨਕ ਪਾਤਸ਼ਾਹ ਜੀ ਦੇ। ਗੁਰੂ ਨਾਨਕ ਅੰਗਦ ਗੁਰੂ ਅੰਗਦ ਦੇ ਪਾਤਸ਼ਾਹ ਦੇ, ਅਮਰ ਗੁਰੂ ਅਮਰ ਦਾ ਪਾਤਸ਼ਾਹ ਜੀ ਦੇ, ਲਾਗ ਲੱਗ ਕੇ ਗੁਰੂ ਅੰਗਦ ਦੇ ਪਾਤਸ਼ਾਹ ਦੇ, ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨੀ ਲੱਗ ਕੇ, ਲਾਗ ਦੇ ਗੱਗੇ ਨੂੰ ਸਿਆਰੀ ਆ ਗਈ, ਮੈਨੇ ਲੱਗ ਕੇ, ਇਹ ਵੀ ਪੂਰਨ ਕਰ ਦੰਤਕ ਕਿਰਿਆ ਆ ਗਈ, ਇਸ ਕਰਕੇ ਗੱਗੇ ਨੂੰ ਸਿਆਰੀ ਆ ਗਈ। ਉੱਤਮ ਪਦ ਪਾਇਓ, ਹੁਣ ਪਦ ਮੈਨੇ ਪਦਵੀ, ਉੱਤਮ ਮੈਨੇ ਸ੍ਰੇਸ਼ਟ, ਸ੍ਰੇਸ਼ਟ ਪਦਵੀ ਪ੍ਰਾਪਤ ਕੀਤੀ। ਵੈਸੇ ਤੇ ਪਦ ਦੱਦੇ ਨੂੰ ਔਂਕੜ ਸਹਿਤ ਆਇਆ ਹੈ, ਇਹਦਾ ਅਰਥ ਹੈ ਰੁਤਬਾ। ਪਦ ਪੁਲਿੰਗਵਾਚੀ ਸ਼ਬਦ ਹੈ, ਤੇ ਜੇ ਪਦ ਪੁਲਿੰਗਵਾਚੀ ਸ਼ਬਦ ਹੈ ਤੇ ਇੱਥੇ ਉੱਤਮ ਦੇ ਮੰਮੇ ਨੂੰ ਔਂਕੜ ਆਉਣੀ ਚਾਹੀਦੀ ਹੈ। ਫਿਰ ਭਾਵ ਇੱਥੇ ਉੱਤਮ ਜਿਹੜਾ ਹੈ ਉਹ ਔਂਕੜ ਸਹਿਤ ਇਹਦਾ ਵਿਸ਼ੇਸ਼ਣ ਆਉਣਾ ਜ਼ਰੂਰੀ ਹੈ। ਉੱਤਮ ਪਦ ਪਾਇਓ, ਪਰ ਜੇ ਅਸੀਂ ਇਸ ਪਦ ਦਾ ਅਰਥ ਪਦਵੀ ਕਰਦੇ ਹਾਂ ਤੇ ਪਦਵੀ ਕਰਨ ਵਾਸਤੇ ਫਿਰ ਉੱਤਮ ਦੇ ਮੰਮੇ ਦੀ ਔਂਕੜ ਦੀ ਲੋੜ ਨਹੀਂ ਹੈ, ਕਿਉਂਕਿ ਇਸਤਰੀ ਲਿੰਗ ਦਾ ਵਿਸ਼ੇਸ਼ਣ ਜਿਹੜਾ ਉੱਤਮ ਮੰਮੇ ਦੀ ਔਂਕੜ ਤੋਂ ਬਿਨਾਂ ਆਉਂਦਾ ਹੈ। ਇਸੇ ਕਰਕੇ ਸ਼ਾਇਦ ਤਾਂ ਹੀ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇੱਥੇ ਪਦ ਦਾ ਅਰਥ ਜਿਹੜਾ ਇਸਤਰੀ ਲਿੰਗ ਸ਼ਬਦ ਪਦਵੀ ਕੀਤਾ ਹੈ ਤੇ ਉਹਦਾ ਵਿਸ਼ੇਸ਼ਣ ਉੱਤਮ ਜਿਹੜਾ ਉਹ ਇਸਤਰੀ ਲਿੰਗ ਦਾ ਵਿਸ਼ੇਸ਼ਣ ਮੰਮੇ ਤੋਂ ਬਿਨਾਂ ਔਂਕੜ ਤੋਂ ਬਿਨਾਂ ਆਏਗਾ। ਗੁਰੂ ਅੰਗਦ ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ, ਭਾਵ ਗੁਰੂ ਨਾਨਕ ਪਾਤਸ਼ਾਹ ਜੀ, ਗੁਰੂ ਅੰਗਦ ਦੇ ਪਾਤਸ਼ਾਹ ਜੀ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨੀ ਲੱਗ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉੱਤਮ ਪਦਵੀ ਪ੍ਰਾਪਤ ਕੀਤੀ ਹੈ। ਉੱਤਮ ਪਦਵੀ ਉਹਨਾਂ ਨੂੰ ਪ੍ਰਾਪਤ ਹੋਈ ਹੈ। ਗੁਰੂ ਅਰਜੁਨ, ਹੁਣ ਇਸ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਜਦੋਂ ਉਹਨਾਂ ਨੇ ਸਿਫਤ ਕੀਤੀ ਤੇ ਭੱਟ ਜੀ ਆਖਦੇ ਨੇ ਗੁਰੂ ਅਰਜੁਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਇੱਥੇ ਧਿਆਨ ਦੇਣ ਦੀ ਲੋੜ ਹੈ, ਗੁਰੂ ਅਰਜੁਨ ਤੋਂ ਬਾਅਦ ਅਰਧ ਵਿਸਰਾਮ ਆਏਗਾ, ਫਿਰ ਘਰ ਗੁਰੂ ਰਾਮਦਾਸ ਇੱਥੇ ਵਿਸਰਾਮ ਆਏਗਾ। ਕਈ ਸੱਜਣ ਕਾਹਲੀ ਦੇ ਵਿੱਚ ਗੁਰੂ ਅਰਜਨ ਘਰ ਦੇ ਉੱਪਰ ਵਿਸਰਾਮ ਦੇ ਦਿੰਦੇ ਨੇ, ਜੋ ਕਿ ਅਰਥਾਂ ਦੇ ਅਨਰਥ ਕਰ ਦਿੰਦਾ ਹੈ। ਫਿਰ ਬਣ ਜਾਏਗਾ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਭਗਤ ਬਣ ਕੇ ਆਏ। ਹੁਣ ਗੁਰੂ ਰਾਮਦਾਸ ਪਾਤਸ਼ਾਹ ਦੇ ਪਿਤਾ ਜੀ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਉਹਨਾਂ ਦੇ ਸਾਹਿਬਜ਼ਾਦੇ ਨੇ, ਹੁਣ ਪਿਤਾ ਦੇ ਘਰ ਪੁੱਤਰ ਆਏਗਾ ਨਾ, ਇਸ ਕਰਕੇ ਗੁਰੂ ਅਰਜੁਨ ਇੱਥੇ ਰੁਕਣਾ ਹੈਗਾ। ਭਾਵ ਗੁਰੂ ਅਰਜਨ ਦੇਵ ਪਾਤਸ਼ਾਹ ਕੀ ਨੇ, ਨੰਨੇ ਨੂੰ ਵੀ ਔਂਕੜ ਹੈ, ਗੁਰ ਦੇ ਲਾਰੇ ਨੂੰ ਵੀ ਔਂਕੜ ਹੈ, ਇੱਕ ਵਚਨ ਪੁਲਿੰਗ ਨਾਉ ਔਂਕੜ ਸਹਿਤ, ਉਹਦਾ ਵਿਸ਼ੇਸ਼ਣ ਗੁਰ ਵੀ ਔਂਕੜ ਸਹਿਤ ਆ ਗਿਆ। ਘਰ ਗੁਰੂ ਰਾਮਦਾਸ, ਘਰ ਦੇ ਲਾਰੇ ਨੂੰ ਆ ਗਈ ਸਿਆਰੀ, ਘਰ ਵਿੱਚ ਗੁਰੂ ਰਾਮਦਾਸ, ਰਾਮਦਾਸ ਦੇ ਗੁਰ ਦੇ ਲਾਰੇ ਨੂੰ ਔਂਕੜ ਤਾਂ ਨਹੀਂ ਆਈ, ਦੇ ਲੁਪਤ ਸੰਬੰਧਕ ਆ ਗਿਆ। ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਭਗਤ ਉਤਰ ਆਇਓ, ਭਗਤ ਰੂਪ ਬਣ ਕੇ ਆਏ। ਭਗਤ ਰੂਪ, ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਭੱਟ ਕਲਸਹਾਰ ਭਗਤ ਕਹਿ ਰਹੇ ਨੇ, ਭਗਤ ਕਹਿ ਕੇ ਮਾਣ ਦੇ ਰਹੇ ਨੇ। ਭਗਤ ਉਤਰ ਆਇਓ, ਭਾਵ ਗੁਰੂ ਅਰਜਨ ਦੇਵ ਪਾਤਸ਼ਾਹ ਭਗਤ ਬਣ ਕੇ ਆਏ ਹਨ, ਉਤਰ ਆਏ ਹਨ। ਭਗਤ ਦਾ ਅਰਥ ਆਮ ਤੌਰ ਤੇ ਜਿਵੇਂ ਅਸੀਂ ਸੋਚਦੇ ਹਾਂ ਵੀ ਭਗਤ ਕਿਹੜਾ ਹੋਏਗਾ, ਜਿਹਨੇ ਭਗਵੇ ਕੱਪੜੇ ਪਾਏ ਹੋਣਗੇ ਜਾਂ ਮੱਥੇ ਤੇ ਤਿਲਕ ਹੋਏਗਾ, ਹੱਥ 'ਚ ਮਾਲਾ ਫੜੀਆਂ ਹੋਣਗੀਆਂ, ਅਜੀਬ ਜਿਹਾ ਦਾ ਭੇਸ ਹੋਏਗਾ, ਅਸੀਂ ਇਸ ਤਰ੍ਹਾਂ ਦੇ ਭਗਤ ਸਮਝ ਬੈਠਦੇ ਹਾਂ। ਪਰ ਨਹੀਂ, ਭਗਤ ਦਾ ਮਤਲਬ ਜਿਹਦੇ 'ਚ ਪ੍ਰਭੂ ਦੀ ਸਿਫਤ ਸਲਾਹ ਦੇ ਗੁਣ ਹਨ। ਭਗਤ ਕੋਈ ਵੀ ਹੋ ਸਕਦਾ, ਕੋਈ ਪੈਂਟ ਸ਼ਰਟ ਵਿੱਚ ਹੋ ਸਕਦਾ ਕਿਸੇ ਨੇ ਟਾਈ ਲਾਈ ਹੋਵੇ, ਹੋ ਸਕਦਾ ਦਾੜੀ ਖੁੱਲੀ ਹੋਵੇ, ਹੋ ਸਕਦਾ ਦਾੜੀ ਬੰਨੀ ਹੋਵੇ, ਹੋ ਸਕਦਾ ਪੱਗ ਸਿਰ ਤੇ ਸਜਾਈ ਹੋਵੇ, ਹੋ ਸਕਦਾ ਗੋਲ ਪਰਨਾ ਬੰਨਿਆ ਹੋਵੇ, ਕੁਛ ਵੀ ਹੋ ਸਕਦਾ। ਭਗਤ ਤੇ ਕੋਈ ਵੀ ਹੋ ਸਕਦਾ, ਕਿਸੇ ਭੇਖ ਦਾ ਨਾਮ ਭਗਤ ਨਹੀਂ ਹੈ। ਸਾਡੀ ਸਾਈਕੋਲੋਜੀ ਦੇ ਵਿੱਚ ਟਿਕਿਆ ਹੋਇਆ ਹੈ ਕਿ ਕੋਈ ਭਗਵੇ ਜੇ ਕੱਪੜੇ ਹੋਣਗੇ, ਮੈਲਾ ਕੁਚਾਲਾ ਜਾਂ ਉਹਦਾ ਸਰੀਰ ਹੋਏਗਾ, ਜਾਂ ਤਿਲਕ ਹੋਏਗਾ, ਹੱਥ 'ਚ ਮਾਲਾ ਫੜੀਆਂ ਹੋਣਗੀਆਂ, ਇਹ ਭਗਤ ਜਿਹੜਾ ਗ੍ਰਸਤ ਨੂੰ ਪਰਿਵਾਰ ਨੂੰ ਛੱਡ ਕੇ ਜੰਗਲ ਪਹਾੜ ਰਹਿੰਦਾ ਹੈ, ਉਹ ਭਗਤ ਹੈ। ਹੱਥ 'ਚ ਮਾਲਾ ਫੜੀ ਹੋਏਗੀ, ਉਹ ਭਗਤ ਹੈ? ਨਹੀਂ, ਭਗਤ ਉਹਨੂੰ ਨਹੀਂ ਆਖਦੇ। ਭਗਤ ਦਾ ਮਤਲਬ ਜਿਹਦੇ 'ਚ ਰੱਬੀ ਗੁਣ ਹਨ। ਕਿਹੜੇ ਰੱਬੀ ਗੁਣ? ਭਗਤ ਫਰੀਦ ਜੀ ਨੇ ਉਹਨਾਂ ਰੱਬੀ ਗੁਣਾਂ ਦਾ ਜ਼ਿਕਰ ਕੀਤਾ ਆਪਣੀ ਬਾਣੀ ਦੇ ਵਿੱਚ। ਮਤ ਹੁੰਦੀ ਹੋਏ ਇਹ ਆਣਾ, ਤਾਣ ਹੁੰਦਾ ਹੋਏ ਨਿਤਾਣਾ। ਮਤ ਹੁੰਦੀ ਹੋਏ ਇਹ ਆਣਾ, ਭਾਵ ਮਤ ਤੇ ਬੜੀ ਸਿਆਣਪ ਤੇ ਬਣੀ ਹੈ, ਪਰ ਹੰਕਾਰ ਨਹੀਂ ਕਰਦਾ ਆਪਣੀ ਸਿਆਣਪ ਦਾ। ਨਿਆਣਾ ਅਣਜਾਣ ਬਣ ਕੇ, ਭਾਵ ਨਿਮਰਤਾ ਦੇ ਵਿੱਚ ਉਹ ਸੰਸਾਰ ਵਿੱਚ ਵਿਚਰਦਾ ਹੈ। ਮਤ ਹੁੰਦੀ ਹੋਏ ਇਹ ਆਣਾ, ਮਤ ਬੜੀ ਹੈ, ਸਿਆਣਾ ਬਹੁਤ ਹੈ, ਪਰ ਅਣਜਾਣ ਬੱਚੇ ਦੀ ਤਰ੍ਹਾਂ ਵਿਚਰਦਾ ਹੈ। ਇਸ ਤਰ੍ਹਾਂ ਵਿਚਰਦਾ ਹੈ ਮਾਨੋ ਜਿਵੇਂ ਕੁਝ ਪਤਾ ਹੀ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਉਹ ਪਤਾ ਨਹੀਂ ਹੈ,
ਇਹਦਾ ਮਤਲਬ ਨਿਮਰਤਾ ਵਿੱਚ ਵਿਚਰਦਾ ਹੈ, ਆਪਣੀ ਮਤ ਦਾ ਹੰਕਾਰ ਨਹੀਂ ਕਰਦਾ ਕਿ ਮੈਂ ਬਹੁਤ ਕੁਝ ਜਾਣਦਾ ਵਾਂ। ਜਿਹੜਾ ਆਖਦਾ ਮੈਂ ਬਹੁਤ ਕੁਝ ਜਾਣਦਾ ਉਹਨੂੰ ਹੰਕਾਰੀ ਮੰਨਿਆ ਗਿਆ ਕਿ ਮੈਨੂੰ ਸਾਰਾ ਕੁਝ ਪਤਾ ਹੈ, ਮੈਂ ਸਭ ਕੁਝ ਜਾਣਦਾ ਵਾਂ। ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੇ ਸਿਰ ਗਵਾਰਾਂ ਗਵਾਰ। ਪਰ ਭਗਤ ਦੀ ਨਿਸ਼ਾਨੀ ਉਹਦੇ ਕੋਲ ਮਤ ਬੜੀ ਹੈ, ਸਿਆਣਾ ਬੜਾ ਹੈ, ਪਰ ਉਹ ਹੰਕਾਰ ਨਹੀਂ ਕਰਦਾ ਆਪਣੀ ਮਤ ਦਾ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦਾ ਹੋਏ ਨਿਤਾਣਾ। ਉਹਦੇ ਕੋਲ ਤਾਕਤ ਹੈ, ਪਰ ਤਾਕਤ ਹੁੰਦਿਆਂ ਹੋਇਆਂ ਵੀ ਉਹ ਆਪਣੀ ਤਾਕਤ ਦਾ ਪ੍ਰਦਰਸ਼ਨ ਨਹੀਂ ਕਰਦਾ, ਹੰਕਾਰ ਨਹੀਂ ਕਰਦਾ, ਨਿਤਾਣਾ ਜਿਹਾ ਬਣ ਕੇ ਰਹਿੰਦਾ ਹੈ, ਭਾਵ ਨਿਮਰਤਾ ਵਿੱਚ ਰਹਿੰਦਾ ਹੈ। ਅਣਹੋਂਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ। ਅਣਹੋਂਦੇ ਆਪ ਵੰਡਾਏ, ਇਹਦਾ ਅਰਥ ਕੀ ਹੈ? ਜੇ ਕੋਲ ਕੋਈ ਚੀਜ਼ ਹੀ ਨਹੀਂ ਤੇ ਕਿਵੇਂ ਵੰਡੇਗਾ? ਅਣਹੋਂਦੇ ਆਪ ਵੰਡਾਏ ਦਾ ਅਰਥ ਇਹ ਨਹੀਂ ਵੀ ਕੋਲ ਕੁਛ ਨਹੀਂ ਤਾਂ ਵੀ ਆਪਣੇ ਆਪੇ ਨੂੰ ਵੰਡਾ ਜਾਂਦਾ ਹੈ, ਨਹੀਂ। ਅਣਹੋਂਦੇ ਆਪ ਵੰਡਾਏ ਦਾ ਭਾਵ ਦੋ ਸਿਧਾਂਤ ਨੇ ਸਿੱਖੀ ਦੇ, ਇੱਕ ਹੁੰਦਾ ਵੰਡ ਛਕਣਾ, ਇੱਕ ਹੁੰਦਾ ਅਣਹੋਂਦੇ ਆਪ ਵੰਡਾਏ। ਵੰਡ ਛਕਣਾ ਕੀ ਹੈ? ਮੰਨੋ ਮੈਨੂੰ 2 ਪ੍ਰਸ਼ਾਦਿਆਂ ਦੀ ਭੁੱਖ ਹੈ, ਮੇਰੇ ਕੋਲ 4 ਪ੍ਰਸ਼ਾਦੇ ਨੇ, ਮੈਂ 2 ਖਾ ਲਏ, 2 ਬਚ ਗਏ, ਚਲੋ ਸੁੱਟਣੇ ਨੇ, ਸੁੱਟਣ ਨਾਲੋਂ ਕਿਸੇ ਲੋੜਵੰਦ ਨੂੰ ਦੇ ਦਿਆਂ, ਉਹਦੇ ਕੰਮ ਆ ਜਾਣਗੇ। 2 ਮੈਂ ਕਿਸੇ ਨੂੰ ਹੋਰ ਨੂੰ ਦੇ ਦਿੱਤੇ, ਇਹਨੂੰ ਕਹਿੰਦੇ ਨੇ ਵੰਡ ਕੇ ਛਕਣਾ। ਉਹ ਕਰਨਾ ਚਾਹੀਦਾ ਇਸ ਤਰ੍ਹਾਂ। ਤੇ ਵੰਡ ਛਕਣ ਦੇ ਵਿੱਚ ਕੇਵਲ ਭੋਜਨ ਨਹੀਂ ਆਉਂਦਾ, ਕੱਪੜੇ ਵੀ ਆਉਂਦੇ ਨੇ। ਤੁਹਾਡੇ ਕੱਪੜ ਭਰੇ ਪਏ ਨੇ ਕੱਪੜਿਆਂ ਦੇ ਨਾਲ, ਤੁਹਾਡੇ ਕੰਮ ਨਹੀਂ ਹੈ, 2-3 ਸਾਲ ਤੋਂ ਤੁਸੀਂ ਨਹੀਂ ਪਾਏ, ਅੱਗੋਂ ਵੀ ਆਸ ਹੈ ਕਿ ਨਹੀਂ ਪਾਣੇ, ਇਹਦੇ ਨਾਲ ਚੰਗਾ ਕਿਸੇ ਨੂੰ ਦੇ ਦਿਓ, ਉਹਦੇ ਕੰਮ ਆ ਜਾਣਗੇ। ਕੱਪੜ ਦੇ ਵਿੱਚ ਥੱਲੇ ਜੋੜਿਆਂ ਦੇ ਢੇਰ ਲੱਗੇ ਹੋਏ ਨੇ, ਉਹ ਜੋੜੇ ਅਸੀਂ ਪਾਉਂਦੇ ਨਹੀਂ ਆ, ਚਲੋ ਕਿਸੇ ਲੋੜਵੰਦ ਨੂੰ ਦੇ ਦਈਏ। ਗਡਾਊਨ ਦੇ ਵਿੱਚ ਕੋਈ ਐਸੀ ਮਸ਼ੀਨ ਪਈ ਜਿਹੜੀ ਮੇਰੇ ਕੰਮ ਦੀ ਨਹੀਂ ਹੈ, ਮੈਂ ਕਿਸੇ ਨੂੰ ਦੇ ਦਿਆਂ, ਇਹ ਵੀ ਵੰਡ ਛਕਣਾ ਹੈ। ਹਿੱਸਾ ਵੰਡਾਣਾ, ਵੰਡ ਕੇ ਛਕਣਾ, ਭਾਵ ਆਪਣੀ ਚੀਜ਼ ਕਿਸੇ ਦੂਸਰੇ ਨੂੰ ਦੇ ਕੇ ਉਹਦੀ ਮਦਦ ਕਰਨੀ, ਇਹ ਹੈ ਵੰਡ ਛਕਣਾ। ਅਣਹੋਂਦੇ ਆਪ ਵੰਡਾਏ ਕੀ ਹੈ? ਅਣਹੋਂਦੇ ਆਪ ਵੰਡਾਏ ਦਾ ਮਤਲਬ ਕਿ ਮੈਨੂੰ 2 ਪ੍ਰਸ਼ਾਦਿਆਂ ਦੀ ਭੁੱਖ ਹੈ ਔਰ ਮੇਰੇ ਕੋਲ ਇੱਕੋ ਪ੍ਰਸ਼ਾਦਾ ਹੈ। ਹੁਣ ਇੱਕ ਦੀ ਅਣਹੋਂਦ ਹੈ ਨਾ, ਅਣਹੋਂਦ ਮੈਨੇ ਕਮੀ, ਲੇਖ। ਹੁਣ ਇੱਕ ਦੀ ਕਮੀ ਹੈ ਮੇਰੇ ਕੋਲ, ਮੈਨੂੰ 2 ਪ੍ਰਸ਼ਾਦਿਆਂ ਦੀ ਭੁੱਖ ਹੈ, ਪਰ ਮੇਰੇ ਕੋਲ ਇੱਕੋ ਪ੍ਰਸ਼ਾਦਾ ਹੈ, ਤੇ ਇੱਕ ਦੀ ਮੇਰੇ ਕੋਲ ਅਣਹੋਂਦ ਹੈ। ਇੰਨੇ ਨੂੰ ਕੋਈ ਲੋੜਵੰਦ ਆ ਗਿਆ ਮੇਰੇ ਦਰਵਾਜ਼ੇ ਤੇ, ਉਹਦੇ ਵਿੱਚੋਂ ਅੱਧਾ ਉਹਨੂੰ ਦੇ ਦਿੱਤਾ, ਅੱਧਾ ਆਪ ਖਾ ਲਿਆ। ਅਣਹੋਂਦ ਵਿੱਚ ਵੀ, ਕਮੀ ਦੇ ਵਿੱਚ ਵੀ ਕਿਸੇ ਦੀ ਮਦਦ ਕਰਨੀ, ਅਣਹੋਂਦ ਵਿੱਚ ਵੀ ਕਿਸੇ ਨੂੰ ਵੰਡ ਕੇ ਛਕਣਾ, ਇਹਨੂੰ ਕਹਿੰਦੇ ਨੇ ਅਣਹੋਂਦੇ ਆਪ ਵੰਡਾਏ। ਮੇਰੇ ਕੋਲ ਆਪਣੀ ਚੀਜ਼ ਘੱਟ ਹੈ, ਪਰ ਉਹਦੇ ਵਿੱਚੋਂ ਵੀ ਮੈਂ ਕਿਸੇ ਦੀ ਮਦਦ ਕਰ ਦਿੰਦਾ ਵਾਂ, ਸਮਝ ਲਿਓ ਇਹ ਭਗਤ ਦਾ ਗੁਣ ਹੈਗਾ। ਅਣਹੋਂਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ। ਕੋਲ ਅਣਹੋਂਦ ਹੈ, ਕਮੀ ਹੈ, ਫਿਰ ਵੀ ਕਿਸੇ ਨੂੰ ਵੰਡ ਕੇ ਛਕਣਾ, ਅਸਲ ਦੇ ਵਿੱਚ ਇਹ ਭਗਤ ਦੀ ਨਿਸ਼ਾਨੀ ਹੈ। ਜਦੋਂ ਪ੍ਰਿਥੀ ਚੰਦ ਨੇ ਲੰਗਰ ਦੀ ਨਾਕਾਬੰਦੀ ਕਰ ਦਿੱਤੀ ਸੀ, ਉਦੋਂ ਲੰਗਰ ਵਾਸਤੇ ਰਾਸ਼ਨ ਨਹੀਂ ਸੀ ਬਚਿਆ। ਦਸਵੰਧ ਸਾਰੀ ਉਹ ਆਪ ਲੈ ਜਾਂਦਾ ਸੀ, ਮਸੰਦਾ ਕੋਲੋਂ ਭੇਟਾਵਾਂ ਸਾਰੀਆਂ ਇਕੱਠੀਆਂ ਕਰਕੇ ਆਪ ਲੈ ਜਾਂਦਾ ਸੀ। ਹੁਣ ਸਤਿਗੁਰੂ ਪਾਤਸ਼ਾਹ ਨੇ ਆਪਣੇ ਘਰ ਦਾ ਕੀਮਤੀ ਸਮਾਨ ਵੇਚਿਆ, ਜੇਵਰ ਸਨ ਉਹ ਵੀ ਵੇਚ ਕੇ ਗੁਰੂ ਨਾਨਕ ਦਾ ਲੰਗਰ ਚਲਾਇਆ। ਅਣਹੋਂਦ ਸੀ, ਕਮੀ ਸੀ, ਪਰ ਕਮੀ ਵਿੱਚ ਵੀ ਵੰਡ ਕੇ ਛਕਿਆ, ਤਾਂ ਵੀ ਲੰਗਰ ਜਾਰੀ ਰੱਖਿਆ। ਇਹਨੂੰ ਕਹਿੰਦੇ ਨੇ ਅਣਹੋਂਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ। ਭਗਤ ਉਹ ਹੈ, ਭਗਤ ਭੇਖ ਦਾ ਨਾਮ ਨਹੀਂ ਹੈ, ਭਗਤ ਗੁਣਾਂ ਦਾ ਨਾਮ ਹੈ, ਜਿਹਦੇ ਅੰਦਰ ਗੁਣ ਹਨ, ਗੁਣਾਂ ਵਾਲਾ ਭਗਤ ਹੈ। ਔਰ ਉਹ ਕੋਈ ਵੀ ਹੋ ਸਕਦਾ ਹੈ, ਉਹ ਕਿਸੇ ਵੀ ਕੱਪੜਿਆਂ ਦੇ ਵਿੱਚ ਹੋ ਸਕਦਾ ਹੈ, ਉਹ ਸੜਕ ਤੇ ਮਿੱਟੀ ਪਾਉਣ ਵਾਲਾ ਇੱਕ ਮਜ਼ਦੂਰ ਵੀ ਭਗਤ ਹੋ ਸਕਦਾ ਹੈ, ਰਾਜ ਤਖਤ ਤੇ ਬੈਠਣ ਵਾਲਾ ਇੱਕ ਬਾਦਸ਼ਾਹ ਵੀ ਭਗਤ ਹੋ ਸਕਦਾ ਹੈ, ਬਸ਼ਰਤੇ ਉਹਦੇ ਵਿੱਚ ਭਗਤ ਵਾਲੀ ਕੁਆਲਿਟੀ ਹੋਵੇ, ਭਗਤ ਵਾਲੇ ਗੁਣ ਹੋਣ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਜਿਹੜੇ ਨੇ ਉਹ ਭਗਤ ਹਨ, ਉਹਨਾਂ 'ਚ ਭਗਤ ਦੀ ਕੁਆਲਿਟੀ ਹੈ। ਗੁਰ ਅਰਜੁਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਭਗਤ ਬਣ ਕੇ ਆਏ ਹਨ। ਬੜ ਭਾਗੀ ਉਨ ਮਾਨਿਓ ਰਿਤ ਸ਼ਬਦ ਵਸਾਇਓ। ਇੱਥੋਂ ਦੂਜਾ ਸਵਈਆ ਆਰੰਭ ਹੈ ਇਹ। ਬੜ ਭਾਗੀ ਮੈਨੇ ਵੱਡਿਆਂ ਭਾਗਾਂ ਵਾਲਾ, ਬੜ ਭਾਗੀ ਮੈਨੇ ਗੁਰੂ ਅਰਜਨ ਦੇਵ ਪਾਤਸ਼ਾਹ ਵੱਡਿਆਂ ਭਾਗਾਂ ਵਾਲੇ ਹਨ। ਉਨ ਮਾਨਿਓ ਮੈਨੇ ਪੂਰਨ ਖੜਾਓ ਦੇ ਵਿੱਚ ਹੈ, ਕਿਉਂਕਿ ਭਗਤ ਨੇ ਤੇ ਖੜਾਓ ਤੇ ਹੋਏਗਾ ਹੀ, ਕਿਉਂਕਿ ਭਗਤ ਹਨ। ਨਾਨਕ ਭਗਤਾਂ ਸਦਾ ਵਿਗਾਸ। ਭਗਤ ਉਹ ਥੋੜੇ ਨੇ ਜਿਹੜੇ ਉਦਾਸ ਗੰਭੀਰ ਹੋ ਕੇ ਬੈਠੇ ਹੋਣ। ਬੜਾ ਵੱਡਾ ਭਗਤ ਹੈ ਜੀ, ਕਿਸੇ ਨਾਲ ਗੱਲ ਨਹੀਂ ਕਰਦਾ, ਚੁੱਪ ਰਹਿੰਦਾ ਸਾਰਾ ਦਿਨ ਆਪਣੀ ਮਸਤੀ 'ਚ। ਲੰਮੇ ਫੇਸ ਵਾਲੇ ਨੂੰ, ਲੌਂਗ ਫੇਸ, ਲੰਮੇ ਮੂੰਹ ਵਾਲਿਆਂ ਨੂੰ, ਲੰਮੇ ਚਿਹਰੇ ਵਾਲਿਆਂ ਨੂੰ ਭਗਤ ਥੋੜੇ ਕਿਹਾ ਗਿਆ ਬਾਣੀ 'ਚ। ਬਾਕੀ ਮਤਾਂ ਦੇ ਵਿੱਚ ਇਸ ਗੱਲ ਨੂੰ ਮੰਨਿਆ ਗਿਆ, ਜਿਹੜਾ ਬੜਾ ਗੰਭੀਰ ਹੋ ਕੇ ਬੈਠਦਾ ਨਾ, ਉਹ ਧਾਰਮਿਕ ਬੰਦਾ ਹੈ।
लम्मे लम्मे चेहरे होण, लॉन्ग फेस होण, ड्राई बोन्स होण, हड्डियां निकलियां होण ते सीरियस होके बैठा है, ये है बड़ा वड्डा धर्मी। बाकी मतां च है, गुरमत विच नहीं। ऐसे लोगों नूं गधा कहा जाता है। खोता वाला गधा नहीं, ग ते धा ये दो अलग अलग शब्द ने। इन्हां दी फुल फॉर्म है गंभीर धार्मिक। गंभीर धार्मिक गधा नहीं, गुरु ने गंभीर धार्मिक नहीं बनाया। इत्थे ते हर जन गुण गावत हस्या, वो ते हसदा है। सिख मत गंभीरता वाला मत नहीं है, आनंद वाला मत है। इत्थे बच्चा जन्म लै रहा तां भी आनंद साहिब दा पाठ हो रहा, आनंद पिया मेरी माए सतगुरु मैं पाया। विआह हो रहा तां भी सिख आनंद साहिब दा पाठ कर रहे, आनंद पिया मेरी माए सतगुरु मैं पाया। ते जे मौत हो गई तां भी आनंद साहिब दा पाठ कर रहा, आनंद पिया मेरी माए सतगुरु मैं पाया। नाले कड़ाह प्रसादी देग वरता रहा, नाले लंगर भंडारे चला रहा, लंगर छका रहा। सिੱਖੀ आनंद वाला धर्म है, खुशी ते खेड़े वाला धर्म है, गंभीरता वाला नहीं है। इस करके ये बच्चों का भी मत है, जवानों का भी है ते बुजुर्गों का भी है। इत्थे नानक भगतां सदा विकास सुने, दुख पाप का नाश, इत्थे सदा विकास है, खेड़ है। इत्थे ते ढंदी कला है ही नहीं, हमेशा चढ़दी कला है। सो डरे जे पाप कमावदा धर्मी विकसेत, वो ते सदा ही विकसता है, सदा ही खुश है, आनंदित है। इस करके भगत तो जिहड़ा आनंदित है, नानक भगतां सदा विकास सुने, दुख पाप का नाश। इन्ना विकास इन्नी खुशी है भगत दे विच, वडभागी उन्माने हो। वड्डियां भागां वाला खेड़े विच है, पूर्ण खड़ाओ विच है। ते केवल भट्ट सहार जी ने गुरु अर्जन देव पातशाह वास्ते बाहरी सिफत नहीं की भी वो खेड़े विच ने, उन्हां दे जीवन च सचमुच खेड़ा है। आम तौर ते वैसटर्न कंट्रीज दे विच कोर्स कराए जाते हैं, किते परसनैलिटी डिवेलपमेंट कोर्स है कि परसनैलिटी की असीं डिवेलपमेंट कराने आ भी किवें खुशी ते खेड़ा रहे। फिर वो सिखाते हैं भी किवें तुसीं स्माइल पास करनी है, किवें तुसीं मिठे मिठे शब्द बोलने ने, किवें हस के रहना है हमेशा, किवें मुस्कुराहट वाला फेस अपना बना के रखना है। वो की हुंदा है, झूठी स्माइल उपरों चिपका दिंदे ने इंसान दे मूँह ते कि सिख लो कि हमेशा मुस्कुरा के रहना है। अंदर बंदा कुड़दा रहिंदा है, अंदरों सड़ी जाता है, जियो तपता है बाहरों बाहर, तप तप खपे बहुत बेकार। अंदर क्रिज रहा, थप तप रहा है, खप रहा है, गुस्से च कुड़ रहा है, पर बाहरों स्माइल फेस के उपर बनाई हुई है। सिक्खिया उन्हें कोर्स किया परसनैलिटी डिवेलपमेंट का, वो झूठा विकास है, वो झूठा खेड़ा है। गुरबाणी सच्चा खेड़ा दे दिंदी है, इहो जिहा सच्चा खेड़ा कि पंचम पातशाह उबलती देग च उबाले खा रहे ने, पर चेहरे उपर खड़ाओ है, वो अंदर की खुशी है। तत्ती तवी ते बैठे ने, सीस ते गरम रेत दे करशे भर भर के पैंदे ने। गुरु दा चेहरा उदास नहीं है, गंभीर नहीं है। उथे उथे भी रब दी सिफत दे गीत गा रहे ने, तेरा किया मीठा लागे हर नाम पदार्थ नानक मांगे, तेरा तेरी हर रजा बड़ी मिठी है, उलाहनों मैं कहूं ना दियो मन मीठ तुहारो कियो। बहुत वधिया कर रहे हैं प्रभु, तू बहुत वधिया कर रहे हैं। एडा खेड़ा आपे हर एक रंग है, आपे बहुरंगी, जो तिस भावे नानका, साई गल चंगी, तेरी हर गल ही बड़ी चंगी है। पंचम पातशाह ने थां थां ये बचन कहे ने, आज्ञा मैं भूख सोई कर सूखा, सोग हरख नहीं जानियो, जो जो हुक्म पयो साहेब का, सो माथे ले मानियो। क्यों? क्योंकि सिख मत आनंद का धर्म है, ये उदास मत नहीं है, गंभीरता वाला मत नहीं है, ये खुशी ते खेड़े ते आनंद वाला मत है। इत्थे आनंद है। पंचम पातशाह तत्ती तवी ते बैठ के भी खिड़े हुए ने, गुरु गोबिंद सिंह पातशाह माछीवाड़े दे कंडियां दे विच बैठे हुए भी खिड़े हुए ने। इस करके बड़भागी उन्माने हो। इत्थे ते जिहड़ियां बीबियां अपने बच्चों के टुकड़े टुकड़े करवा रही ने, बच्चों के टुकड़ियां का हार गलां च परवा रही ने, वो भी नहीं रो रही, वो भी उदास नहीं, वो भी चढ़दी कला दे नाल शाम नूं रहरास साहिब दा पाठ करदियां ने। बच्चों के टुकड़े झोलियां च पए ने ते अरदास कर रही ने कि सतगुरु तेरे भाणे च साडा 4 पैर दिन बड़े सुख दा बतीत होया है। वो भी चढ़दी कला कह रही ने, नानक नाम चढ़दी कला तेरे भाणे सरबत दा भला, वो भी चढ़दी कला कह रही ने। इस करके सिख दूजे सिख नूं मिलदा, उदास हुंदा ही नहीं है। वो ते आखदा है वाहगुरु जी का खालसा वाहगुरु जी की फतेह। चढ़दी कला है, दुख नहीं, सब सुख ही है रे, एक है एक ही नित है, बुरा नहीं।
सब भला ही है रे, हार नहीं सब जीतै, ओ वह भगत नानक भगतां सदा विगास। गुरु अर्जुन कर गुरु रामदास भगत उतर आयो, जे भगत ने ते विगास भी सदा है, हमेशा ही खड़ा हुआ है, सदा मैंने हमेशा, ये नहीं भी कदी खिड़ा आ गया ते कदी चला गया। नानक भगतां सदा विगास, सुनिया दुख पाप का नाश। अज दे बचन बड़े भागी उनवाने हो, गुरु अर्जन देव पातशाह बड़े भागां वाले हन, पूर्ण खड़ाओ है उन्हां दे विच, रिद शब्द वसायो, उन्होंने शब्द हिरदे विच वसाया है। शब्द ददे नौकड़ एक वचन पुलिंग, रिद अपनी मौलिक सियारी ये नाल लैके आया, आखिरी अखर दी स्त्रीलिंग शब्द, रिद शब्द वसायो, शब्द हिरदे विच वसाया है, मन मानक संतोखियो, गुरु नाम दृढ़ायो। गुरु अर्जन देव पातशाह जी ने मन रूप जिहड़ा मानक है, मन दे नन्हे नौकड़ एक वचन पुलिंग शब्द, ओदा विशेषण मानक भी औंकड़ नाल आया, मन मोती है, बड़ा कीमती है, मानक है। संतोखियो, पर उहदे विच संतोख टिका दिता, रज आ गया मन नूं तृप्ति मिल गई। लोग आखदे सन जदों बहुत सारे पदार्थ आ जाणगे मन कोल तां मन रजेगा। गुरु नानक पातशाह कह गए सन, भुखिया भुख ना उतरी जे बन्ना पुरियां पार, इदां भी कदी मन रजदा। ये बड़ा एक खतरनाक सिद्धांत सी कि दुनिया के स्वादां दे पदार्थ जिहड़े ने मन नूं दे दिओ, एक दिन मन रज के अक जाएगा, उस तो बाद फिर धर्म वाले पासे मुड़ जाएगा। मन नूं विकारां दे विच चंगी तरह रजा लो, विकारां तो रज जाएगा, फिर वो धर्मी हो जाएगा। कदी सुनिया किसी ने कहा भी मैं झूठ बोल बोल के ब्रह्मज्ञानी बन गया, इन्ना झूठ बोल गया, मैं रज गया झूठ बोल बोल के, फिर मैं ब्रह्मज्ञानी हो गया। कदी किसी ने कहा मैं बड़ी बेईमानी की, बड़ा लोगों के हक मारे, बड़ियां चोरियां कीतियां, फिर मैं धर्मी हो गया। ये एडा खतरनाक सिद्धांत है। इस तरह मानो जिवें किसी के घर नूं अग लगी होवे ते कोई दूजा बंदा नूं सलाह देवे, अग बुझाणी इदां कर, होर बालन पा, होर लकड़ियां पा, जदों अग रज जाएगी ना पूरी, फिर आपे बुझ जाएगी। अग कदी रजदी नहीं हुंदी, ज्यों पावक इंधन नहीं तरापै बिन हर कहां अगाई। जिवें अग बालन खा के नहीं रजदी, मन भी संतोख तो बिना रजदा नहीं है, बिना संतोख नहीं को रज है, रज नहीं संतोख तो बिना। इस करके मन पदार्थां नाल नहीं रजदा, मन संतोख नाल रजदा है। मन मानक संतोखियो, मन रूपी मोती च संतोख टिका लिया, रज आ गया। और यही कारण पंचम पातशाह ने एक दिन भी नहीं किया कि लंगर की नाकाबंदी होगी, लंगर किवें चलाइए, किसी अगे कोई अपील नहीं की, घर का समान बेच के भी लंगर चला दे रहे, क्योंकि संतोख है ना, रज है। इन्ना रज है कि जे पृथ्वी चंद गुरु अर्जन देव पातशाह की दस्तार नूं हथ पाउंदा है, ये गुरता की दस्तार मेरी है, ते सतगुरु आप ला के दे दिंदे ने, वीर जी पता नहीं सी तुहाडी दस्तार है, तुसी पालो, मैनूं अपना निक्का वीर समझ के माफ कर दिओ, लगू जान कर शंक निवारो, लिखो पाग सिर ऊपर तारो। इन्ना रज। ते दुनिया ने कहा सी ओ पृथ्वी चंद बाहरों ते दस्तार खोलेगा, पर जिहड़ी गुरता दी दस्तार अकाल पुरख ने गुरु अर्जन देव पातशाह दे सीस ते सजा दित्ती है, वो तो कदी नहीं खोल सकदा, तो जुग जुग अटल है। इन्ना संतोख के याद रखियो, बाहर दियां गद्दियां ते कब्जे वो करदे ने जिहड़े अंदरों थोथे ने, खोखले ने, जिहड़े अंदर दे सिंघासन दे उपर सज गए, वो बाहर दियां गद्दियां दी परवाह नहीं फिर करदे। सतगुरु पातशाह ने परवाह नहीं सी मन्नी, क्योंकि संतोख है। रिद हिरदे दे विच मन मानक संतोखियो, गुर नाम दृढ़ायो, गुर दे रारे नूं सियारी गुरु ने दृढ़ा दिता, नाम दृढ़ कर लिया। नाम दे मैनूं औकड़ आ गई, दृढ़ायो मैंने दृढ़ कर लिया। गुर नाम दृढ़ायो, नाम गुरु ने दृढ़ कर लिया, पक्का कर लिया। अगम अगोचर पार ब्रह्म सतगुर दर्शायो। अगम, गुरु अगम है, जिद तक पहुंच नहीं। गुरु रामदास पातशाह जी ने अगम प्रभु दिखा दिता। अगम का इत्थे अर्थ है प्रभु, अकाल पुरख। अगम अगोचर, वो प्रभु जिहड़ा इंद्रियां दे गोचरे नहीं है। पार ब्रह्म, मम्मी नूं औकड़ आ गई, परे तो परे ब्रह्म जिहदा पारला बन्ना कोई जान नहीं सकदा, वो प्रभु। अगम अगोचर पार ब्रह्म, पार ब्रह्म प्रभु दे विशेषण अगम ते अगोचर भी औकड़ नाल आ गए। सतगुर दर्शायो, सतगुरु ने, भाव सतगुरु गुरु रामदास पातशाह जी ने
दर्शा दिता, दिखा दिता, दर्शन करा दिते। दर्शायो मैंने दर्शन करा दिते, विखा दिता। गुरु अर्जुन कर गुरु रामदास अनुभव ठहरायो। गुरु अर्जुन कर गुरु रामदास पातशाह दे घर विच गुरु अर्जन दे पातशाह अनुभव ठहरायो, ज्ञान रूप थापे गए हैं। अनुभव ठहरायो, अनुभव अनुभव दा भाव ज्ञान रूप होके ठहरायो मैंने थापे गए, ज्ञान रूप होके सतगुरु पातशाह नूं अकाल पुरख ने थाप दिता। गुरु अर्जन दे पातशाह ज्ञान रूप हन। तीजा सवैया आरंभ है, जनक राज बरताया सतयुग आलीना। जनक दे कक्के नूं औंकड़ तां नहीं आई, अगे लुप्त संबंधक आ गया दा। जनक दा राज मैंने ज्ञान दा राज वरता दिता। हुण चारे पासे ज्ञान ही ज्ञान फैल गया। सतयुग आलीना, सतयुग जिहड़ा ਉਹ युग सनातन मत च मन्निया गया सी, जिहड़ा हो चुके है। हुण ते कलयुग है, आ ही नहीं सकदा सतयुग। पर भट्ट कलसार आखदे ने, असीं जदों देखदे हां गुरु अर्जन दे पातशाह दे दर ते सानूं सतयुग ही नजर आउंदा है। सतयुग समाया होया है, आलीना मैंने समाया होया। जनक राज बरताया सतयुग आलीना। गुरु अर्जन दे पातशाह ने ज्ञान दा राज वरता दिता। हुण सतयुग वरत रहा है। सतयुग गगे नूं औंकड़ एक वचन पुलिंग शब्द, आलीना मैंने वरत रहा है। हुण सतयुग ही है, ये किसी समय का नाम नहीं, अवस्था का नाम है। जिथे सच आ जाता उत्थे सतयुग है, जिथे रब तो विछोड़ा कले कलेश झगड़े आ जाते हैं उत्थे कलयुग है। एक घड़ी ना मिलते तां कलयुग होता। सतयुग की है, कल मैं प्रेत जिनी नाम ना पछाता। सतयुग परमहंस विचारी, जो कोई परमहंस बन के नाम दे मोती चुगदा है, उस सच दे मोती चुगदा है, सच दे बेस ते जिंदगी जीण वाला सतयुग विच वरतदा है। ये ते अवस्था है जिंदगी दी। गुरु अर्जन देव पातशाह ने ऐसा सच का प्रसार किया कि सतयुग ही समाया नजर आ रहा है। गुरु शब्दे मन मानिया अपतीज पतीना, गुरु दे शब्द राही। गुरु शब्दे इत्थे दे संबंधक होण करके गुर दे रारे नूं औंकड़ नहीं आई। गुरु दे शब्दे मैंने शब्द विच मन मानिया। हुण मन मन्निया होया गुरु अर्जन देव पातशाह ने। पंचम गुरुदेव जी का मन गुरु के शब्द विच मन्निया होया। गुरु के शब्द गुरु के ज्ञान विच टिक गया है। भाव गुरु का ज्ञान गुरु अर्जन देव पातशाह के मन विच टिक गया, वस गया। अपतीज पतीना, अ जिहड़ा ओह अगितर हैगा, पतीज मैंने पतीजना, अपतीज मैंने ना पतीजण वाला, भाव मन। वो मन जिहड़ा पतीजदा नहीं सी, जिहड़ा मन मनदा नहीं सी, ਉਹ ਹੁਣ ਮੰਨ ਗਿਆ। अपतीज पतीना, ना मनन वाला, ना पिघलन वाला मन, ना झुकण वाला मन, पतीज गया मैंने हुण मनन लग पिया। गुरु नानक सच नीम साज, सतगुर संग लीना। गुरु नानक दे कक्के नूं उत्थे औंकड़ है ते उन्हां दा विशेषण गुर भी रारे नूं औंकड़ आ गई। भाव गुरु नानक देव पातशाह जी सच नीम साज, सच दे चचे नूं औंकड़ है। नीम नी क्योंकि स्त्रीलिंग शब्द है, इस करके वावा मुक्ता आ गया। साज दे जजिन वागी स्यारी, साज के पूर्व पूर्ण कर दंतक वाली क्रिया आ गई, साज के। गुरु नानक पातशाह आप सच रूप नी साज के, नी वसा के सतगुर संग लीना। सतगुर दे रारे नूं औंकड़ नहीं आई, अगे संग संबंधक ने रारे दी औंकड़ खत्म कर दिती। गुरु अर्जन देव पातशाह दे संग मैंने विच लीना मैंने लीन हो गए। गुरु नानक पातशाह आप सच रूप नीं वसार के गुरु अर्जन देव पातशाह विच लीन हो गए हैं। गुरु अर्जुन घर गुरु रामदास अपरंपर बीणा। गुरु अर्जन गुरु रामदास पातशाह दे घर दे विच गुरु अर्जन देव पातशाह अपरंपर एक वचन पुलिंग का विशेषण है, इस करके रारे नूं औंकड़ आ गई। इत्थे गुरु अर्जन देव पातशाह का विशेषण है अपरंपर, परे तो परे, जिहदा पारला बनना किवें दस्सिया जाए। भाव जिहदे जीवन का पारला बनना दिसे ही नहीं जा सकता, वो सतगुरु पातशाह बीणा मैंने बने हुए हैं, अपरंपर बन गए हैं। गुरु अर्जुन घर गुरु रामदास अपरंपर बीणा। गुरु रामदास पातशाह के घर विच आए हुए गुरु अर्जन देव पातशाह अपरंपर रूप बने हुए ने। उन्होंने परे तो परे एडा वड्डा जीवन जिहदे बारे दस्सिया ही नहीं जा सकता, इन्ने सामने ओह। याद रखियो पंचम पातशाह नूं इसे करके शांति दे पुंज किया जाता है।
ਆਲੇ ਦੁਆਲੇ ਅਨੇਕਾਂ ਦੁੱਖ ਝਗੜੇ ਕਲੇਸ਼ ਬਹੁਤ ਕੁਝ ਹੈ, ਉਹਦੇ ਵਿੱਚ ਵੀ ਸ਼ਾਂਤ ਚਿੱਤ ਨੇ। ਔਰ ਝਗੜਾ ਘਰ ਤੋਂ ਹੀ ਸ਼ੁਰੂ ਹੈ, ਪ੍ਰਿਥੀ ਚੰਦ ਤੋਂ। ਕਦੀ ਸਤਿਗੁਰੂ ਦੀ ਦਸਤਾਰ ਨੂੰ ਹੱਥ ਪਾਉਂਦਾ ਹੈ, ਕਦੀ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਨੂੰ ਮਾਰਨ ਦੀਆਂ ਸਕੀਮਾਂ ਕੱਢਦਾ ਹੈ, ਕਈ ਵਾਰ ਹਮਲੇ ਵੀ ਕਰਾਉਂਦਾ ਹੈ। ਕਈ ਵਾਰੀ ਉਹ ਬਾਹਰੀ ਜਿਹੜੇ ਸ਼ਾਹੀ ਸੈਨਾ ਦੇ ਜਰਨੈਲ ਨੇ ਉਹਨਾਂ ਨੂੰ ਬੁਲਾ ਕੇ ਲਿਆਂਦਾ, ਕਦੀ ਸੁਲਭੀ ਖਾਨ ਨੂੰ, ਕਦੀ ਸੁਲਹੀ ਖਾਨ ਨੂੰ ਚੜਾ ਕੇ ਲੈ ਕੇ ਆਉਂਦਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦੁਸ਼ਮਣ ਹੋਰ ਬੜੇ ਨੇ, ਬੀਰਬਲ ਵਰਗੇ ਨੇ, ਵਿਪਰਵਾਦ ਹੈ, ਜਾਂ ਉਸ ਜ਼ਮਾਨੇ ਦੇ ਸਖੀ ਸਰਵਰੀ ਹਨ। ਸਮੇਂ ਦਾ ਬਾਦਸ਼ਾਹ ਜਹਾਂਗੀਰ ਆਪ ਦੁਸ਼ਮਣ ਬਣਿਆ ਖੜਾ ਹੈ, ਪਰ ਸਤਿਗੁਰੂ ਫਿਰ ਵੀ ਸ਼ਾਂਤ ਨੇ, ਸਹਿਜ ਵਿੱਚ ਨੇ। ਇਹਨੂੰ ਹੀ ਆਨੰਦ ਵਾਲਾ ਧਰਮ ਕਿਹਾ। ਗੁਰੂ ਆਨੰਦਤ ਹੈ, ਖਿੜਿਆ ਹੋਇਆ, ਜਿਵੇਂ ਕਮਲ ਦਾ ਫੁੱਲ ਖਿੜਿਆ, ਆਲੇ ਦੁਆਲੇ ਭਾਵੇਂ ਜਿੰਨਾ ਮਰਜ਼ੀ ਚਿੱਕੜ ਹੋਵੇ ਉਹ ਖਿੜਿਆ। ਗੁਲਾਬ ਦਾ ਫੁੱਲ ਖਿੜਿਆ, ਭਾਵੇਂ ਉਹਦੇ ਆਲੇ ਦੁਆਲੇ ਬੜੇ ਕੰਡੇ ਵੀ ਹੋਣ, ਉਹ ਖਿੜਿਆ। ਇਸੇ ਕਰਕੇ ਉਹਨਾਂ ਦੇ ਚਿਹਰੇ ਤੇ ਖੜਾਓ ਹੈ, क्योंकि वो इन सारे तो उच्चे उठ के निर्लेप हो गए। फकीरों की दुनिया अजब है निराली, सदा उनके चेहरे पे रहती है लाली। कोई कभी फाका दाना कभी खीर थाली, सदा उनके चेहरे पे रहती है लाली। कोई करे पूजा कोई देवे गाली, सदा उनके चेहरे पे रहती है लाली। न मरने की चिंता न जीने की आशा, यही तो है शहनशाही निराली। जिन्हों गुरु अर्जन देव पातशाह ने आप अपने ਸਲੋਕਾਂ ਵਿੱਚ ਕਹਿ ਦਿੱਤਾ, ਸ਼ਹਿਨਸ਼ੀਲ ਸੰਤੰ ਸਮ ਮਿੱਤਰ ਸੇ ਦੁਰਜਨੈ। ਸੰਤ ਜਨ ਹਮੇਸ਼ਾ ਸ਼ਹਿਨਸ਼ੀਲਤਾ ਚ ਰਹਿੰਦੇ ਨੇ, ਉਹਨਾਂ ਲਈ ਮਿੱਤਰ ਤੇ ਉਹਨਾਂ ਲਈ ਦੁਸ਼ਮਣ ਇੱਕ ਬਰਾਬਰ ਨੇ। ਮਿੱਤਰ ਭੋਜਨ ਲੈ ਕੇ ਆ ਰਹੇ ਨੇ ਤਾਂ ਵੀ ਸਤ ਬਚਨ ਕਹਿ ਕੇ ਧੰਨਵਾਦ ਕਰਕੇ ਛਕ ਰਹੇ ਨੇ, ਦੁਸ਼ਮਣ ਮਾਰਨ ਆ ਰਹੇ ਨੇ ਤਾਂ ਵੀ ਨਿਸ਼ਚਿੰਤ ਹੋ ਕੇ ਬੇਪਰਵਾਹ ਹੋ ਕੇ ਬੈਠੇ ਨੇ। ਸ਼ਹਿਨਸ਼ੀਲ ਸੰਤੰ ਸਮ ਮਿੱਤਰ ਸੇ ਦੁਰਜਨੈ, ਭੋਜਨ ਅਨੇਕ ਪ੍ਰਕਾਰੇਣ ਨਾਨਕ ਨਿੰਦਕ ਆਵਦ ਹੋਏ ਉਪਤਿਸ਼ਠਤੇ। ਉਹਨਾਂ ਵਿੱਚ ਸ਼ਹਿਨਸ਼ੀਲਤਾ ਸਮਦ੍ਰਿਸ਼ਟੀ ਹੈ। ਇਸ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਅਪਰੰਪਰ ਹਨ। ਦੁਨੀਆ ਦੇ ਸੁੱਖ ਦੁੱਖ ਖੁਸ਼ੀ ਗਮੀ ਉਹਨਾਂ ਨੂੰ ਛੂ ਹੀ ਨਹੀਂ ਸਕਦੇ। ਜੇ ਸਿੰਘਾਸਨ ਤੇ ਸਜੇ ਨੇ ਤਾਂ ਵੀ ਨਿਮਰਤਾ ਵਿੱਚ ਨੇ, ਸਿੰਘਾਸਨ ਖੁੱਸ ਗਿਆ ਤੱਤੀ ਤਵੀ ਆ ਗਈ ਤਾਂ ਵੀ ਨਿਮਰਤਾ ਚ ਨੇ। ਸੀਸ ਤੇ ਚੌਰ ਛਤਰ ਝੂਲ ਰਹੇ ਨੇ ਤਾਂ ਵੀ ਉਹ ਆਨੰਦ ਵਿੱਚ ਟਿਕੇ ਹੋਏ ਨੇ। ਜੇ ਸੀਸ ਤੇ ਚੌਰ ਛਤਰ ਨਹੀਂ, ਗਰਮ ਰੇਤ ਦੇ ਕੜਛੇ ਪੈ ਰਹੇ ਨੇ ਤਾਂ ਵੀ ਸਦਾ ਚਿਤ ਆਨੰਦ ਵਿੱਚ ਨੇ। ਇਸੇ ਕਰਕੇ ਉਹ ਅਪਰੰਪਰ ਨੇ, ਉਹਨਾਂ ਦੇ ਜੀਵਨ ਦਾ ਪਾਰਾਵਾਰ ਦੱਸਿਆ ਹੀ ਨਹੀਂ ਜਾ ਸਕਦਾ। ਇਸ ਕਰਕੇ ਉਸ ਸਤਿਗੁਰੂ ਜੀ ਦੀ ਸਿਫਤ ਕਰਦਿਆਂ ਭਟਕਲ ਸਹਾਰ ਆਖਦੇ ਨੇ, ਗੁਰੂ ਅਰਜੁਨ ਘਰ ਗੁਰੂ ਰਾਮਦਾਸ ਅਪਰੰਪਰ ਬੀਣਾ ਅਪਰੰਪਰ ਬਣੇ ਹੋਏ ਹਨ। ਪਰੇ ਤੋਂ ਪਰੇ ਜੀਵਨ ਦਾ ਉਹਨਾਂ ਦਾ ਅੰਤ ਨਹੀਂ ਹੈ, ਜਿਨ੍ਹਾਂ ਬਾਰੇ ਦੱਸਿਆ ਹੀ ਨਹੀਂ ਜਾ ਸਕਦਾ। 3 ਸਵਈਆਂ ਦੇ ਵਿਚਾਰ ਅਸੀਂ ਹੁਣ ਤੱਕ ਕਰ ਚੁੱਕੇ ਹਾਂ। ਇਹਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਮੇਰੇ ਵੱਲੋਂ ਹੋਈਆਂ ਬਹੁਤ ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।